ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਸ਼ਨਿਚਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ ਇੰਸ਼ੋਰੈਂਸ ਕਰਾਉਣ ਦੇ ਲਈ ਇਹਨਾਂ ਨੂੰ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਤੁਹਾਡੀ ਜਿਹੜੀ ਮਦਦ ਕਰਦੇ ਨੇ। ਕਾਲ ਕਰੋ ਅਜੀਤ ਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਮਿੰਟੂ ਜੀ, ਪਿਛਲੇ ਦਿਨਾਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਦਰਮਿਆਨ ਜੋ ਕੁਛ ਵੀ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਵਿੱਚ ਅਭਿਨੰਦਨ ਨਾਂ ਦਾ ਜਿਹੜਾ ਵਿੰਗ ਕਮਾਂਡਰ ਆ, ਉਹ ਪਾਕਿਸਤਾਨ ਦੇ ਵਿੱਚ ਜਹਾਜ਼ ਕ੍ਰੈਸ਼ ਤੋਂ ਬਾਅਦ 'ਚ ਉਹਨਾਂ ਨੇ ਫੜਿਆ, ਉਸ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ। ਅਤੇ ਹੁਣ ਕਹਿੰਦੇ ਅਭਿਨੰਦਨ ਦਾ ਰਾਜਸੀਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਬੋਹਣੀ ਪ੍ਰਧਾਨ ਮੰਤਰੀ ਨੇ ਕੀਤੀ ਆ। ਬਿਲਕੁਲ, ਜਦੋਂ ਕੱਲ ਅਭਿਨੰਦਨ ਨੇ ਵਾਪਸ ਪਰਤਣਾ ਸੀਗਾ, ਉਹਦੀ ਵਤਨ ਵਾਪਸੀ ਹੋਣੀ ਸੀ, ਤੇ ਠੀਕ ਉਸ ਸਮੇਂ ਪ੍ਰਧਾਨ ਮੰਤਰੀ ਤਾਮਿਲਨਾਡੂ ਦੇ ਵਿੱਚ ਸੀਗਾ। ਤੇ ਇਤਫਾਕਨ ਅਭਿਨੰਦਨ ਦਾ ਜਿਹੜਾ ਗ੍ਰਹਿ ਸਟੇਟ ਆ ਉਹ ਤਾਮਿਲਨਾਡੂ ਆ। ਹਾਲਾਂਕਿ ਉਹਨੇ ਆਪ ਤੇ ਦੱਸਿਆ ਨਹੀਂ ਸੀਗਾ। ਵੈਸੇ ਇਹ ਵੀ ਕਮਾਲ ਦੀ ਗੱਲ ਹੈ ਨਾ ਕਿ ਉਹ ਉੱਥੇ ਦੁਸ਼ਮਣ ਆਰਮੀ ਨੂੰ ਦੱਸ ਨਹੀਂ ਰਿਹਾ ਕਿ ਉਹ ਕਿੱਥੋਂ ਦਾ, ਤੇ ਉੱਥੇ ਪ੍ਰਧਾਨ ਮੰਤਰੀ ਤਾਮਿਲਨਾਡੂ 'ਚ ਪਹੁੰਚ ਕੇ ਕਹਿ ਰਿਹਾ ਕਿ ਸਾਨੂੰ ਗਰਵ ਆ ਕਿ ਜਿਹੜਾ ਵਿੰਗ ਕਮਾਂਡਰ ਅਭਿਨੰਦਨ ਆ ਉਹ ਇੱਥੋਂ ਦਾ। ਤਾਂ ਉੱਥੇ ਫਿਰ ਇਹਨੇ ਕਹਿ ਦਿੱਤਾ ਕਿ ਤਾਮਿਲਨਾਡੂ ਤੋਂ ਆ, ਗਰਵ ਹੈ ਹਰੇਕ ਭਾਰਤੀ ਨੂੰ। ਤੇ ਸੋਸ਼ਲ ਮੀਡੀਆ ਤੇ ਕੁਛ ਲੋਕਾਂ ਨੇ ਸਵਾਲ ਚੁੱਕਿਆ ਕਿ ਅਸੀਂ ਤੇ ਸੋਚਦੇ ਸੀਗੇ ਕਿ ਉਹ ਭਾਰਤੀ ਆ, ਤੇ ਤੁਸੀਂ ਅੱਜ ਦੱਸ ਦਿੱਤਾ ਕਿ ਵਾਹ ਉਹ ਤਾਮਿਲਨਾਡੂ ਤੋਂ ਆ। ਤਾਂ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਨਾ ਇੱਥੇ ਆਲੋਚਨਾ ਹੋਈ ਆ। ਪਰ ਇਹ ਗੱਲ ਵੱਖਰੀ ਆ ਕਿ ਆਲੋਚਨਾ ਬੜੇ ਦੱਬੇ ਸੁਰ 'ਚ ਹੁੰਦੀ ਆ। ਅੱਜ ਕੱਲ੍ਹ ਆਲੋਚਨਾ ਵੀ ਹੈ ਜਿਹੜੀ ਉਹ ਥੋੜ੍ਹੀ ਡਰੀ ਆ, ਸਹਿਮੀ। ਹੁਣ ਦੇਖੋ ਨਾ, ਕੌਮਾਂਤਰੀ ਮੀਡੀਆ ਜਿਹੜਾ ਉਹ ਏਅਰ ਸਟ੍ਰਾਈਕ ਤੇ ਵੀ ਸਵਾਲ ਚੁੱਕਦਾ ਪਿਆ ਜਿਹੜੇ ਇੱਥੇ ਜਾ ਕੇ ਆਏ ਆ। ਪਰ ਸਾਡਾ ਇੱਥੋਂ ਦਾ ਮੀਡੀਆ, ਸਾਡਾ ਇੱਥੋਂ ਦਾ ਵਿਰੋਧੀ ਧਿਰਾਂ ਵਾਲਾ ਲਾਣਾ ਬਿਲਕੁਲ ਖਾਮੋਸ਼ ਆ, ਜਦ ਕਿ ਸਵਾਲ ਚੁੱਕਣੇ ਚਾਹੀਦੇ ਆ। ਕਿਉਂਕਿ ਜੇ ਇਹਨਾਂ ਮਸਲਿਆਂ ਤੇ ਤੁਸੀਂ ਵੋਟਾਂ ਮੰਗ ਰਹੇ ਹੋ, ਰਾਜਨੀਤੀ ਕਰਨੀ ਸ਼ੁਰੂ ਕਰ ਦੇ ਰਹੇ ਹੋ, ਤਾਂ ਫਿਰ ਤੁਹਾਨੂੰ ਜਵਾਬ ਵੀ ਪਹਿਲਾਂ ਦੇਣਾ ਚਾਹੀਦਾ ਨਾ। ਤਾਂ ਇਹਨਾਂ ਨੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਜਿੱਦਾਂ ਅਭਿਨੰਦਨ ਦਾ ਉੱਥੇ ਜ਼ਿਕਰ ਕੀਤਾ ਗਿਆ, ਇੱਕ ਤਰ੍ਹਾਂ ਨਾਲ ਭਾਵੁਕ ਮੁੱਦਾ ਬਣਾਉਣ ਦਾ ਯਤਨ ਕੀਤਾ ਗਿਆ। ਉਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਨਰਿੰਦਰ ਮੋਦੀ ਬਾਰੇ ਗੱਲ ਕਹਿ ਦਿੱਤੀ ਕਿ ਉਹਦੇ ਡਰਾਵੇ ਕਰਕੇ ਹੀ ਅਭਿਨੰਦਨ ਨੂੰ ਇੱਧਰ ਸੌਂਪਿਆ ਗਿਆ। ਫਿਰ ਇਸ ਤੋਂ ਇਲਾਵਾ ਜੇਤਲੀ ਦਾ ਬਿਆਨ ਲੈ ਲਓ। ਫਿਰ ਉਸ ਤੋਂ ਪਹਿਲਾਂ ਯੇਦੀਯੂਰੱਪਾ ਨੇ ਤੇ ਸ਼ਰੇਆਮ ਵੀ ਕਹਿ ਦਿੱਤਾ ਕਿ ਕਰਨਾਟਕ ਦੇ ਵਿੱਚ ਏਅਰ ਸਟ੍ਰਾਈਕ ਦਾ ਸਾਨੂੰ 22 ਤੋਂ 28 ਸੀਟਾਂ ਦਾ ਫਾਇਦਾ ਹੋਣ ਜਾ ਰਿਹਾ। ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਹੋਰ ਆ ਭਰਤ ਪੰਡਿਆ। ਉਹ ਪੰਡਿਆ ਸਾਹਿਬ ਕਹਿੰਦੇ ਕਿ ਹੁਣ ਲਹਿਰ ਚੱਲਦੀ ਪਈ ਆ, ਰਾਸ਼ਟਰਵਾਦਤਾ ਦੀ ਲਹਿਰ ਚੱਲਦੀ ਪਈ ਆ, ਇਹਨੂੰ ਦਬਾ ਦਬ ਵੋਟਾਂ 'ਚ ਬਦਲਣਾ ਚਾਹੀਦਾ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕੀ ਚੱਲਦਾ ਪਿਆ। ਅੱਗੇ ਇਹਨਾਂ ਨੇ ਸਰਜੀਕਲ ਸਟ੍ਰਾਈਕ ਏਦਾਂ ਜਿੱਦਾਂ ਆਪਾਂ ਕੋਈ ਚੀਜ਼ ਨਹੀਂ ਵੇਚਦੇ, ਉੱਦਾਂ ਰਾਜਸੀ ਬਾਜ਼ਾਰ ਦੇ ਵਿੱਚ ਇਹਨਾਂ ਨੇ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ। ਜਦ ਕਿ ਇੱਥੇ ਤੁਹਾਡੇ ਮੇਰੇ ਖਿਆਲ ਦੇ ਨਾਲ ਅਮਰੀਕਾ ਦੇ ਵਿੱਚ ਹੀ ਰਹਿੰਦਾ ਇੱਕ ਕੋਈ ਸੱਜਣ ਆ, ਉਹ ਲਾਈਵ ਹੁੰਦਾ ਔਰ ਬੜੇ ਤਗੜੇ ਖੁਲਾਸੇ ਕਰੀ ਜਾਂਦਾ। ਤਾਂ ਉਹਨੇ ਆਡੀਓ ਜਾਰੀ ਕੀਤੀ ਔਰ ਦਾਅਵਾ ਕੀਤਾ ਕਿ ਮੇਰੇ ਨਾਲ ਪੰਗਾ ਲੈ ਕੇ ਦੇਖੋ। ਤਾਂ ਉਸ ਆਡੀਓ ਦੇ ਵਿੱਚ ਜੋ ਕੁਛ ਸੁਣਾਈ ਦੇ ਰਿਹਾ ਉਹ ਤੇ ਸਿੱਧੇ ਤੌਰ ਤੇ ਪੁਲਵਾਮਾ ਹਮਲੇ ਨੂੰ ਹੀ ਫਰਜ਼ੀ ਦੱਸਦਾ ਪਿਆ, ਮਤਲਬ ਕਿ ਇੱਥੋਂ ਦੇ ਆਪਣੇ ਅੰਦਰੂਨੀ ਕਾਰਵਾਈ ਦਾ ਹਿੱਸਾ ਦੱਸਦਾ ਪਿਆ। ਸੋ ਸਿੱਧੇ ਤੌਰ ਤੇ ਜੇ ਆਖੀਏ ਤਾਂ ਸਵਾਲ ਬੜੇ ਆ, ਪਰ ਇਹਦਾ ਜਿਹੜਾ ਰਾਜਨੀਤੀਕਰਨ ਕੀਤਾ ਜਾ ਰਿਹਾ। ਹਾਲਾਂਕਿ ਪੁਲਵਾਮਾ ਹਮਲੇ ਤੇ ਦੇਖੋ ਰਾਜ ਠਾਕਰੇ ਨੇ ਵੀ ਸਵਾਲ ਚੁੱਕੇ,
ਮਮਤਾ ਬੈਨਰਜੀ ਨੇ ਵੀ ਸਵਾਲ ਚੁੱਕੇ ਆ, ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕੇ ਆ। ਇਹ ਜਿਹੜਾ ਅਮਰੀਕਾ ਦਾ ਸ਼ਖਸ ਇਹ ਵੀ ਸਵਾਲ ਚੁੱਕਦਾ ਪਿਆ, 에ਅਰ ਸਟ੍ਰਾਈਕ ਤੇ ਵੀ ਸਵਾਲ ਹੋ ਰਿਹਾ। ਪਰ ਦੂਸਰੇ ਪਾਸੇ ਇਹ ਸਾਰੇ ਮੁੱਦਿਆਂ ਨੂੰ ਇੱਧਰ ਡਾਈਵਰਟ ਕਰਕੇ ਸਿਰਫ ਤੇ ਸਿਰਫ ਵੋਟਾਂ ਲਈ ਵਰਤ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਮਾੜੀ ਬਿਰਤ ਆ, ਕਿਉਂਕਿ ਜੇ ਆਪਾਂ ਕਹਿੰਦੇ ਹਾਂ ਕਿ ਪਾਕਿਸਤਾਨ ਦੀ ਰਾਜਨੀਤੀ ਦਾ ਮਿਲਟਰੀਕਰਨ ਹੋ ਗਿਆ, ਤੇ ਜੇ ਇੱਥੋਂ ਦੀ ਮਿਲਟਰੀ ਦਾ ਰਾਜਨੀਤੀਕਰਨ ਹੋ ਗਿਆ ਤੇ ਫਿਰ ਫਰਕ ਕੀ ਰਹੂਗਾ? ਤਾਂ ਦੋਵੇਂ ਚੀਜ਼ਾਂ ਹੀ ਮਾੜੀਆਂ ਨੇ, ਦੋਵੇਂ ਚੀਜ਼ਾਂ ਹੀ ਅਲੱਗ-ਅਲੱਗ ਰਹਿਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਨੂੰ ਇਸ ਗੱਲ ਤੋਂ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ। ਪਹਿਲਾਂ ਜਿੱਦਣ ਅਭਿਨੰਦਨ ਨੂੰ ਫੜਿਆ ਗਿਆ ਉੱਥੇ, ਉਦਣ ਉਹ ਲੱਗੇ ਸੀਗੇ ਕਿ ਆਪਣਾ ਬੂਥ ਸਭ ਸੇ ਮਜ਼ਬੂਤ, ਉਹ ਪ੍ਰੋਗਰਾਮ ਕਰਦੇ ਪਏ ਸੀਗੇ। ਜਿੱਦਣ ਇਹ ਸਾਰਾ ਕੁਝ ਹੋਇਆ, ਪੁਲਵਾਮਾ ਦੇ ਵਿੱਚ ਹੋਇਆ, ਉਦਣ ਵੀ ਦੋਸ਼ ਲੱਗਿਆ ਕਿ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਡਾਕੂਮੈਂਟਰੀ ਸ਼ੂਟ ਕਰਦਾ ਪਿਆ ਸੀਗਾ। ਸੋ ਕਹਿਣ ਦਾ ਭਾਵ ਇਹ ਆ ਕਿ ਇੱਕ ਪਾਸੇ ਤੁਸੀਂ ਦੇਸ਼ ਨੂੰ ਰਾਸ਼ਟਰਵਾਦਤਾ ਵੇਚ ਰਹੇ ਹੋ, ਰਾਸ਼ਟਰਵਾਦਤਾ ਉਹਨਾਂ ਨੂੰ ਸਿਖਾ ਰਹੇ ਹੋ, ਪੜ੍ਹਾ ਰਹੇ ਹੋ, ਉਹਨਾਂ ਨੂੰ ਗੁਰੁਚ ਕਰ ਰਹੇ ਹੋ, ਭਾਵਨਾਤਮਕਤਾ ਪਰੋਸ ਰਹੇ ਹੋ, ਭਾਵਕ ਤੌਰ ਤੇ ਉਹਨਾਂ ਨੂੰ ਕਮਜ਼ੋਰ ਕਰ ਰਹੇ ਹੋ, ਸੈਂਸਿਟਿਵ ਕਰ ਰਹੇ ਹੋ, ਸੰਵੇਦਨਸ਼ੀਲ ਕਰ ਰਹੇ ਹੋ। ਤੇ ਦੂਸਰੇ ਪਾਸੇ ਤੁਸੀਂ ਇੰਨੀ ਜ਼ਿਆਦਾ ਰਾਜਨੀਤੀ ਕਰੀ ਜਾਂਦੇ ਹੋ ਕਿ ਜਿਹੜੀ ਪ੍ਰਤੱਖ ਤੌਰ ਤੇ ਜ਼ਾਹਰਾ ਹੁੰਦੀ ਆ ਕਿ ਇਹ ਸਭ ਕੁਝ ਵੋਟਾਂ ਲਈ ਕੀਤਾ ਜਾ ਰਿਹਾ। ਜੀ ਜੀ। ਤੇ ਵੈਸੇ ਮਿੰਟੂ ਜੀ, ਇਸੇ ਦੇ ਉੱਤੇ ਜੇ ਗੱਲ ਕਰੀਏ ਤੇ ਜਿਹੜਾ ਭਾਰਤ ਪਾਕਿਸਤਾਨ ਦੇ ਦਰਮਿਆਨ ਇੱਕ ਵਾਰੀ ਬਹੁਤ ਜ਼ਿਆਦਾ ਖਤਰੇ ਦਾ ਘੁੱਗੂ ਇੱਕ ਹਿਸਾਬ ਦੇ ਨਾਲ ਬੋਲਦਾ ਸੀ। ਪੰਜਾਬ ਵਾਲੇ ਸਭ ਤੋਂ ਜ਼ਿਆਦਾ ਡਰੇ ਸੀ ਤੇ ਸਭ ਤੋਂ ਜ਼ਿਆਦਾ ਇਹਨਾਂ ਨੇ ਹੀ ਕਹਿ ਲਓ ਵੀ ਰੌਲਾ ਪਾਇਆ ਵੀ ਭਾਈ ਜੰਗ ਨਹੀਂ, ਅਮਨ ਆਪਾਂ ਨੂੰ ਚਾਹੀਦੀ ਆ। ਤੇ ਤੁਹਾਨੂੰ ਲੱਗਦਾ ਆ ਵੀ ਇਹ ਹੁਣ ਮਾਹੌਲ ਥੋੜ੍ਹਾ ਸਥਿਰਤਾ ਵੱਲ ਨੂੰ ਜਿਹੜਾ ਜਾਊਗਾ ਕਿ ਅਜੇ ਵੀ ਕੋਈ ਇੱਦਾਂ ਦੀ ਕੋਈ ਖਤਰਾ ਬਣਿਆ ਪਿਆ ਆ? ਨਹੀਂ, ਦੇਖੋ ਹੁਣ ਮਾਹੌਲ ਜਿਹੜਾ ਆ ਉਹ ਸ਼ਾਂਤ ਹੋਊਗਾ। ਉਹਦਾ ਕਾਰਨ ਇਹ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਅਮਰੀਕਾ ਦਾ ਵਿੱਚ ਇਸ ਮਾਮਲੇ 'ਚ ਇਨਫਲੂਐਂਸ ਹੋਇਆ, ਔਰ ਫਿਰ ਦੂਸਰੀ ਚੀਜ਼ ਇਹ ਆ ਕਿ ਸਾਊਦੀ ਅਰਬ ਹੈ। ਫਿਰ ਤੀਜੀ ਚੀਜ਼ ਇਹ ਆ ਕਿ ਦੋਨਾਂ ਹੀ ਮੁਲਕਾਂ ਦੀ ਰਾਜਨੀਤੀ ਜਿਹੜੀ ਆ ਉਹ ਆਪੋ ਆਪਣਾ ਕੰਮ ਕਰ ਚੁੱਕੀ ਆ। ਪਾਕਿਸਤਾਨੀਆਂ ਨੇ ਅਭਿਨੰਦਨ ਨੂੰ ਫੜ ਕੇ ਇਹ ਦਾਅਵਾ ਠੋਕ ਦਿੱਤਾ ਕਿ ਅਸੀਂ ਦੇਖੋ ਐਤਕੀ ਇਹਨਾਂ ਦੀ ਮੰਜੀ ਟਿਕਾ ਕੇ ਠੋਕੀ ਆ, ਜਦ ਕਿ ਇਹ ਕਹਿੰਦੇ ਆ ਕਿ ਦੇਖੋ ਇੱਕ ਨਵਾਂ ਭਾਰਤ ਹੈ ਜਿਹੜਾ ਅਸੀਂ ਸਿਰਜਿਆ, ਜਿਹਦੇ ਵਿੱਚ ਜੇ ਕੋਈ ਸਾਨੂੰ ਛੇੜੇਗਾ ਤੇ ਅਸੀਂ ਉਹਨੂੰ ਛੱਡਾਂਗੇ। ਤਾਂ ਰਾਜਨੀਤੀ ਨੂੰ ਕੀ ਚਾਹੀਦਾ? ਰਾਜਨੀਤੀ ਨੂੰ ਆਪਣੇ ਹਿੱਤ ਜਿਹੜੇ ਆ ਉਹ ਜਦੋਂ ਪੂਰੇ ਹੁੰਦੇ ਦਿਖਾਈ ਦਿੰਦੇ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਸ਼ਾਂਤ ਹੋ ਜਾਂਦੀਆਂ। ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਨਾਲ ਦੀ ਨਾਲ ਹੀ ਜਿਹੜਾ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਕਿ ਇਲੈਕਸ਼ਨ ਜਿਹੜਾ ਮਿੱਥੇ ਸਮੇਂ ਤੇ ਹੋਊਗਾ, ਤੇ ਇਹਦਾ ਮਤਲਬ ਕਿ ਅੰਦਰ ਖਾਤੇ ਮਸਲੇ ਜਿਹੜੇ ਸੌਟ ਆਊਟ ਹੋ ਗਏ ਆ। ਸੋ ਇਹ ਹੁਣ ਵੈਸੇ ਕਸ਼ੀਦਗੀ ਬਣੀ ਰਹੂਗੀ ਕਿਉਂਕਿ ਮਾਹੌਲ ਤੇ ਟੈਂਸ ਰਹੂਗਾ ਨਾ। ਰਾਜਨੀਤੀ ਜਿੱਦਾਂ ਮਰਜ਼ੀ ਚੱਲੇ, ਪਰ ਬਾਰਡਰ ਤੇ ਜਿਹੜੇ ਖੜੇ ਆ, ਜਿਨ੍ਹਾਂ ਦੇ ਨਾਲ ਦੇ ਸਾਥੀ ਮਾਰੇ ਗਏ ਆ, ਉਹਨਾਂ ਦੇ ਮਨਾਂ ਦੇ ਵਿੱਚੋਂ ਗੁੱਸਾ ਤੇ ਨਹੀਂ ਨਾ ਜਾਣਾ। ਯਾਨੀ ਬਾਰਡਰ ਤੇ ਤੁਹਾਨੂੰ ਟੈਂਸ ਦੇਖਣ ਨੂੰ ਮਿਲੇਗਾ, ਪਰ ਬਾਅਦ ਦੇ ਵਿੱਚ ਜਿਹੜਾ ਆਮ ਆਪਾਂ ਦੇਖਦੇ ਆ ਕਿ ਜੰਗੀ ਆਲਮ ਬਣ ਜਾਂਦਾ, ਜੰਗ ਦਾ ਭੈਤੀ ਮਾਹੌਲ ਬਣ ਜਾਂਦਾ, ਉਹ ਸ਼ਾਇਦ ਥੋੜਾ ਜਿਹਾ ਸ਼ਾਂਤ ਰਹੇਗਾ। ਜੀ। ਤੇ ਮਿੰਟੂ ਜੀ, ਇਸ ਤੋਂ ਪਹਿਲਾਂ ਵੀ ਜਿਹੜੇ ਕੁਝ ਬਿਆਨ ਆ ਰਹੇ ਸੀ ਹੁਣ, ਕਿਉਂਕਿ ਵਰਲਡ ਕੱਪ, ਵਿਸ਼ਵ ਕੱਪ ਕ੍ਰਿਕਟ ਦਾ ਆਉਣ ਵਾਲਾ, ਉਹ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਵਾਲ ਜਿਹੜੇ ਉੱਠ ਰਹੇ ਸੀ ਕਿ ਅਜੇ ਵੀ ਉਸ ਦੇ ਉੱਤੇ ਵੀ ਖਤਰਾ ਆ ਜਾਂ ਉਸ ਦੇ ਵਿੱਚ ਰਾਹ ਪੱਧਰਾ ਹੀ ਆ ਹੁਣ? ਨਹੀਂ, ਦੇਖੋ ਇਹਨਾਂ ਨੇ ਅੰਤਮ ਫੈਸਲਾ ਹਾਲੇ ਲਿਆ ਨਹੀਂ ਹੈ, ਉਹਦੇ ਵਿੱਚ ਦੇਖੋ ਕੀ ਬਣਦਾ। ਪਰ ਤੁਸੀਂ ਜਿਹੜੀ ਇੱਕ ਗੱਲ ਕੀਤੀ ਸੀਗੀ ਉਹ ਮੈਂ ਸ਼ਾਇਦ ਭੁੱਲ ਗਿਆ ਕਿ ਪੰਜਾਬ ਦੇ ਲੋਕਾਂ ਨੇ ਜੰਗ ਦਾ ਵਿਰੋਧ ਕੀਤਾ। ਬਿਲਕੁਲ ਇਹ ਪੰਜਾਬ ਵਾਲਿਆਂ ਦੀ ਇੱਕ ਮੈਂ ਕਹੂੰਗਾ ਕਿ ਵਿਲੱਖਣ ਸਿਰਤ ਨਜ਼ਰ ਆਈ ਆ ਜੀ। ਤੇ ਨਾ ਸਿਰਫ ਜੰਗ ਦਾ ਵਿਰੋਧ ਕੀਤਾ, ਅਭਿਨੰਦਨ ਦੀ ਸਲਾਮਤੀ ਵਾਸਤੇ ਦੁਆ ਵੀ ਕੀਤੀ, ਖੁਸ਼ੀ ਵੀ ਮਨਾਈ। ਸੋ ਇਹ ਚੀਜ਼ ਜਿਹੜੀ ਆ ਨਾ ਉਹ ਪੰਜਾਬੀਆਂ ਦੀ ਥੋੜੀ ਜਿਹੀ ਅਲੱਗਾ ਵਿਖਾਈ ਦਿੱਤੀ ਆ। ਔਰ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ, ਪੰਜਾਬੀ ਕਿਸੇ ਵੀ ਮਜ਼ਹਬ ਦਾ ਹੋਵੇ, ਹਰੇਕ ਨੇ ਜੰਗ ਦੀ ਵਿਰੋਧਤਾ ਕੀਤੀ, ਕੁਛ ਬੰਦਿਆਂ ਨੂੰ ਛੱਡ। ਮੇਰੇ ਖਿਆਲ ਦੇ ਨਾਲ ਇਹ ਇੱਕ ਚੰਗੀ ਚੀਜ਼ ਆ, ਪੋਜ਼ਿਟਿਵ ਸਾਈਨ ਆ ਸਾਡੇ ਲਈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਪਾਰ ਪਾ ਕੇ, ਇਹਨਾਂ ਚੀਜ਼ਾਂ ਤੋਂ ਉੱਤੇ ਜਾ ਕੇ ਸੋਚ ਰਹੇ ਹਾਂ ਕਿ ਵਿਕਾਸ ਹੋਣਾ ਚਾਹੀਦਾ। ਸਾਡੇ ਵਿਕਾਸ ਦੀ ਗੱਲ ਕਰੋ, ਤੁਸੀਂ ਸਾਡੇ ਲਈ ਕੀ ਕੀਤਾ ਉਹਦੀ ਗੱਲ ਕਰੋ। ਤਾਂ ਇਹ ਦੂਸਰੇ ਲੋਕ ਵੀ ਸਿੱਖ ਲੈਣ, ਮੇਰੇ ਖਿਆਲ ਦੇ ਨਾਲ ਬਿਹਤਰ ਆ। ਔਰ ਇਮਰਾਨ ਖਾਨ ਦੀ ਵੈਸੇ ਜਿੰਨੀ ਕੁ ਸੋਭਾ ਹੋ ਰਹੀ ਆ, ਭਾਵੇਂ ਥੋੜੀ ਆ ਪਾਕਿਸਤਾਨ 'ਚ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਇੰਡੀਆ 'ਚ ਜਿਹੜੀ ਸਲਾਹਤ ਹੋ ਰਹੀ ਆ, ਇਹ ਵੀ ਇੱਕ ਬਹੁਤ ਵਧੀਆ ਗੱਲ ਆ, ਬਹੁਤ ਵੱਡੀ ਗੱਲ ਆ। ਕਿਉਂਕਿ ਦੇਖੋ ਜੋ ਮਰਜ਼ੀ ਆ, ਇਹ ਤੇ ਕਹਿੰਦੇ ਅਸੀਂ ਡਰਾ ਲਿਆ, ਧਮਕਾ ਲਿਆ, ਜੋ ਮਰਜ਼ੀ ਆ, ਪਰ ਉਹਨਾਂ ਨੇ ਅਭਿਨੰਦਨ ਨੂੰ ਸਹੀ ਸਲਾਮਤ ਭਾਰਤ 'ਚ ਪਹੁੰਚਾਇਆ। ਤਾਂ ਉਹਦੇ ਲਈ ਬਹੁਤ ਸਾਰੇ ਲੋਕਾਂ ਨੇ ਇਮਰਾਨ ਖਾਨ ਨੂੰ ਅੱਛਾ ਵੀ ਕਿਹਾ। ਇੱਥੋਂ ਤੱਕ ਕਿ ਇਹਨਾਂ ਦਾ ਆਪਣਾ ਜਿਹੜਾ ਆਗੂ ਆ ਸ਼ਤਰੂਘਨ ਸਿਨਹਾ, ਉਹਨੇ ਵੀ ਟਵੀਟ ਕਰਕੇ ਥੈਂਕ ਯੂ ਕਿਹਾ। ਜੀ ਜੀ, ਬਿਲਕੁਲ।
ਤੇ ਮਿੰਟੂ ਜੀ, ਜਿੱਦਾਂ ਹੁਣ ਉਦੋਂ ਇਹ ਰੌਲਾ ਪੈ ਰਿਹਾ ਸੀ, ਉਦੋਂ ਇੱਕ ਬੰਦੇ ਦੀ ਬੜੀ ਸੋਹਣੀ ਟਿੱਪਣੀ ਤੇ ਸਵਾਲ ਵੀ ਸੀਗਾ ਜਿਹੜੇ ਕ੍ਰਿਕਟ ਦੇ ਮੈਚ ਨੂੰ ਲੈ ਕੇ, ਤੇ ਕੀ ਮੰਨ ਲਓ ਇੰਡੀਆ ਪਾਕਿਸਤਾਨ ਸੈਮੀਫਾਈਨਲ ਦੇ ਵਿੱਚ ਜਾਂ ਫਾਈਨਲ 'ਚ ਭਿੜਦੇ ਆ, ਕੀ ਉਦੋਂ ਇੰਡੀਆ ਵਾਲੇ ਖੇਡਣਗੇ ਜਾਂ ਉਦੋਂ ਵੀ ਮਨਾ ਕਰਨਗੇ? ਬਿਲਕੁਲ ਨਹੀਂ ਇਹ ਮਨਾ ਕਰਨਗੇ, ਖੇਡਣਗੇ ਬਿਲਕੁਲ। ਤਾਂ ਉਹੀ ਕਹਿੰਦਾ ਕਿ ਲੀਗ ਸਟੇਜ ਤੇ ਤੁਸੀਂ ਕਿਉਂ 2 ਪੁਆਇੰਟ ਦੇ ਰਹੇ ਹੋ, ਮੈਂ ਤੇ ਹੈਰਾਨ ਆ। ਔਰ ਕਮਾਲ ਦੀ ਗੱਲ ਆ ਕਿ ਸਚਿਨ ਤੰਦੂਲਕਰ ਨੇ ਜਦੋਂ ਇੱਕ ਰਾਏ ਰੱਖੀ ਆਪਣੀ ਕਿ ਭਾਈ ਮੈਂ ਖਿਡਾਰੀ ਦੇ ਤੌਰ ਤੇ ਉਹਨਾਂ ਨੂੰ 2 ਪੁਆਇੰਟ ਨਹੀਂ ਦੇਣੇ ਚਾਹੂੰਗਾ, ਤਾਂ ਉਦੋਂ ਜਿਹੜਾ ਵੇਖ ਲਓ ਇਸ ਬੰਦੇ ਨੇ ਰਾਜ ਕੀਤਾ, ਜਿਹੜਾ ਇਸ ਬੰਦੇ ਨੇ ਦੇਸ਼ ਦੇ ਲਈ ਕੰਮ ਕੀਤਾ, ਸਚਿਨ ਤੰਦੂਲਕਰ ਨੇ, ਜਿਹਨੇ ਸਾਰਾ ਜੀਵਨ ਹੈ ਜਿਹੜਾ ਖੇਡ ਦੇ ਮੈਦਾਨ 'ਚ ਬਿਤਾਇਆ, ਉਹਨੂੰ ਦੇਸ਼ ਧਰੋਹੀ ਤੱਕ ਕਹਿ ਦਿੱਤਾ। ਇੱਥੋਂ ਤੱਕ ਕਿ ਨਵਜੋਤ ਸਿੱਧੂ ਦੇ ਹੱਕ ਦੇ ਵਿੱਚ ਉਹ ਆਈ, ਇੱਕ ਸ਼ਿਲਪਾ ਸ਼ਿੰਦੇ ਐਕਟਰਸ ਆ, ਉਹਨੂੰ ਰੇਪ ਦੀਆਂ ਧਮਕੀਆਂ ਦੇ ਦਿੱਤੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਕਦੋਂ ਤੱਕ ਮੈਦਾਨ ਤੋਂ ਦੂਰ ਰਹੋਗੇ? ਜੇ ਇੱਕ ਮੈਚ ਛੱਡ ਦਿਓਗੇ, ਕਦੇ ਫੇਰ ਤੁਹਾਡਾ ਸਾਹਮਣਾ ਹੋ ਜਾਊਗਾ, ਹਾਕੀ ਦੇ ਵਿੱਚ ਫੇਰ ਤੁਹਾਡਾ ਸਾਹਮਣਾ ਹੋਣਾ ਉਹਨਾਂ ਦੇ ਨਾਲ। ਸੋ ਇਹ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖਦੇ ਹਾਂ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲਬਾਤ ਨਹੀਂ ਰੁਕ ਰਹੀ, ਮਤਲਬ ਕਿ ਸਰਕਾਰ ਨੇ ਸਾਫ਼ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਜਿਹੜੀ ਗੱਲਬਾਤ ਚੱਲਦੀ ਪਈ, ਜੋ ਕਵਾਇਦ ਚੱਲਦੀ ਪਈ, ਉਹ ਰੁਕੇਗੀ ਨਹੀਂ। ਜਦੋਂ ਇੱਧਰੋਂ ਚੱਲਦੀ ਪਈ ਆ ਧਾਰਮਿਕ ਮਸਲੇ ਤੇ ਤੁਸੀਂ ਪਹਿਲ ਕਦਮੀ ਕਰ ਰਹੇ ਹੋ, ਤਾਂ ਖੇਡਾਂ ਕਿਵੇਂ ਜੁਦਾ ਨੇ? ਖੇਡਾਂ ਵੀ ਤੇ ਇਹੋ ਜਿਹੀ ਚੀਜ਼ ਦਾ ਹੀ ਹਿੱਸਾ ਆ ਕਿ ਖੇਡਾਂ ਵੀ ਤੇ ਨੇੜੇ ਹੀ ਲਿਆਉਂਦੀਆਂ ਨਾ, ਦੂਰ ਤਾਂ ਨਹੀਂ ਕਰਦੀਆਂ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਖੇਡਾਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਖਿਡਾਰੀ ਖੇਡਦੇ ਆ ਔਰ ਨਿਊਟਰਲ ਜਗ੍ਹਾ ਤੇ ਖੇਡ ਰਹੇ ਆ, ਤੀਸਰੀ ਜਗ੍ਹਾ ਤੇ ਖੇਡ ਰਹੇ। ਇਹ ਨਹੀਂ ਹੈ ਕਿ ਭਾਰਤ ਜਾ ਰਿਹਾ ਪਾਕਿਸਤਾਨ ਜਾਂ ਪਾਕਿਸਤਾਨ ਭਾਰਤ ਆ ਰਿਹਾ। ਸੋ ਖੇਡਾਂ ਨੂੰ ਆਪਣੇ ਪੱਧਰ ਤੇ ਚੱਲਣਾ ਚਾਹੀਦਾ। ਮੈਂ ਤਾਂ ਕਹਿੰਦਾ ਕਿ ਉਹ ਵੀ ਲੋਕ ਆ ਜਿਹੜੇ, ਉਹ ਵੀ ਦੁਬਾਰਾ ਆਪਣੇ ਸਿਰ ਤੇ ਠੂੰਗਾ ਮਾਰ ਕੇ ਦੇਖਣ, ਜਿਹੜੇ ਕਹਿੰਦੇ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਇੱਧਰ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ, ਇਹ ਹੈ ਉਹ ਹੈ ਜੋ ਹੈ। ਕਲਾਕਾਰ ਆ, ਤਾਂ ਜੇ ਮੰਨ ਲਓ ਪਾਕਿਸਤਾਨੀ ਆਰਟਿਸਟ ਇੱਧਰ ਆ ਕੇ ਕੋਈ ਡਰਾਮਾ ਕਰਦਾ, ਫਿਲਮ ਕਰਦਾ, ਤਾਂ ਉਹਦੇ ਵਿੱਚ ਜੇ ਉਹ ਮੈਸੇਜ ਦਿੰਦਾ, ਮੰਨ ਲਓ ਅਮਨ ਦਾ ਮੈਸੇਜ ਦਿੰਦਾ, ਅਮਨ ਦਾ ਪੈਗਾਮ ਦਿੰਦਾ, ਤਾਂ ਉਹ ਉਸ ਮੁਲਕ ਨੂੰ ਵੀ ਦੇ ਰਿਹਾ ਜਿਸ ਮੁਲਕ ਦੇ ਵਿੱਚ ਉਹ ਜੰਮਿਆ ਪਲਿਆ, ਉਹਨਾਂ ਨੂੰ ਵੀ ਮੱਤ ਦੇ ਰਿਹਾ। ਕਲਾ ਹੋਈ, ਖੇਡਾਂ ਹੋਈਆਂ ਜਾਂ ਧਾਰਮਿਕ ਮਸਲੇ ਹੋਏ, ਇਹਨਾਂ ਨੂੰ ਜੁਦਾ ਰੱਖਣਾ ਚਾਹੀਦਾ। ਇੱਕ ਰਾਜਸੀ ਸੰਕਟ ਆ, ਕਸ਼ਮੀਰ ਦਾ ਕਨਫਲਿਕਟ ਆ, ਏਡੀ ਜਲਦੀ ਇਹ ਹੱਲ ਤੇ ਹੋਣਾ ਨਹੀਂ ਹੈ, ਪਰ ਇਸ ਹੱਲ ਦੇ ਵਾਸਤੇ ਤੁਹਾਨੂੰ 2 ਕਦਮ ਚੱਲਣਾ ਤੇ ਪਊਗਾ ਨਾ। ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਥੋੜਾ ਤੁਮ ਚਲੋ ਥੋੜਾ ਹਮ ਚਲੇ, ਥੋੜਾ ਤੁਮ ਬਦਲੋ ਥੋੜਾ ਹਮ ਬਦਲੇ। ਜਦੋਂ ਤੁਸੀਂ ਥੋੜਾ ਬਦਲੋਗੇ ਤੇ ਮਾਹੌਲ ਜਿਹੜਾ ਸਾਜ਼ਗਾਰ ਹੋਏਗਾ, ਗੱਲਬਾਤ ਹੋਏਗੀ, ਡਾਇਲੌਗ ਤੋਂ ਬਾਅਦ ਹੀ ਗੋਲੀ ਜਿਹੜੀ ਆ ਰੁਕਦੀ ਆ। ਜੀ ਮਿੰਟੂ ਜੀ, ਇਸ ਦੇ ਨਾਲ ਸੰਬੰਧਿਤ ਕਈ ਸਵਾਲ ਨੇ, ਮੈਨੂੰ ਲੱਗਦਾ ਆਪਾਂ ਥੋੜ੍ਹੀ ਜ਼ਿਆਦਾ ਇਹ 'ਤੇ ਗੱਲ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਬਣਦੀ ਵੀ ਆ, ਕਿਉਂਕਿ ਅਹਿਮ ਇੱਕ ਮਸਲਾ ਹੈਗਾ ਆ ਵੀ 2 ਪਰਮਾਣੂ ਸ਼ਕਤੀਆਂ ਕਿਤੇ ਲੜ ਨਾ ਪੈਣ, ਪਰ ਲੋਕ ਵੀ ਜਾਣਨਾ ਚਾਹੁੰਦੇ ਨੇ ਕੀ ਕੁਛ ਚੱਲ ਰਿਹਾ ਆ। ਅਤੇ ਅਭਿਨੰਦਨ ਨੂੰ ਲੈ ਕੇ, ਅਭਿਨੰਦਨ ਦੀ ਕੋਈ ਇੰਟਰਵਿਊ, ਕਿਸੇ ਦੀ ਕੋਈ ਗੱਲਬਾਤ, ਮੈਨੂੰ ਪਤਾ ਵੀ ਆਰਮੀ ਵਾਲੇ ਪਹਿਲੋਂ ਉਸ ਦੀ ਖੁਦ ਇੰਟਰਵਿਊ ਕਰਨਗੇ, ਡੀਬਰੀਫ ਕਰਨਗੇ, ਫਿਰ ਮੀਡੀਆ ਵਾਲੇ ਤਾਂ ਉਹਨਾਂ ਦੇ ਘਰਾਂ ਤਾਈਂ ਪਹਿਲੋਂ ਹੀ ਜਿਹੜੇ ਉਹ ਪਹੁੰਚੇ ਹੋਏ ਆ। ਕੁਛ ਉਹਨਾਂ ਦੇ ਵੱਲੋਂ ਕੋਈ ਬਿਆਨ ਕਿਸੇ ਤਰੀਕੇ ਦਾ ਕੁਛ ਆਇਆ ਆ ਜੀ? ਨਹੀਂ, ਉਹਨੇ ਬਸ ਸਿਰਫ ਇੰਨਾ ਹੀ ਕਿਹਾ ਕਿ ਮੈਨੂੰ ਅੱਛਾ ਲੱਗਿਆ, ਪਰ ਉਹਦੀ ਇੱਕ ਵੀਡੀਓ ਜਿਹੜੀ ਆ ਉਹ ਬੜੀ ਸਰਕੂਲੇਟ ਕੀਤੀ ਗਈ ਆ, ਵਾਇਰਲ ਕੀਤੀ ਗਈ ਆ, ਜਦੋਂ ਉਹਦੀ ਆਮਦ ਹੋਈ ਆ, ਵਤਨ ਆਮਦ ਹੋਈ ਆ, ਉਹ ਤੋਂ ਥੋੜ੍ਹੀ ਦੇਰ ਪਹਿਲਾਂ, ਜਿਹਦੇ ਵਿੱਚ ਉਹ ਭਾਰਤੀ ਮੀਡੀਆ ਦੀ ਖੁੰਬ ਟੱਪਦਾ ਨਜ਼ਰ ਆਉਂਦਾ। ਪਰ ਅਸਲ ਦੇ ਵਿੱਚ ਜੇ ਤੁਸੀਂ ਉਹ ਦੇਖੋਗੇ ਵੀਡੀਓ, ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਛ ਸੈਕਿੰਡ ਦੀ ਵੀਡੀਓ ਦੇ ਵਿੱਚ 17-18 ਕੱਟ ਆ। ਇਹਦਾ ਮਤਲਬ ਹੈ ਕਿ ਵੀਡੀਓ ਜਿਹੜੀ ਆ ਐਡਿਟ ਕਰਕੇ ਬਣਾਈ ਗਈ, ਲੰਮੀ ਚੌੜੀ ਵੀਡੀਓ ਬਣਾ ਕੇ ਉਹਦੇ ਵਿੱਚੋਂ ਕੁਛ ਅੰਸ਼ ਜਿਹੜੇ ਕੱਢ ਕੇ ਤੇ ਉਹ ਸਰਕੂਲੇਟ ਕਰ ਦਿੱਤੇ ਗਏ। ਤਾਂ ਉਸ ਤੋਂ ਬਾਅਦ ਉਹ ਵੀਡੀਓ ਜਿਹੜੀ ਆ ਧੜਾ-ਧੜ ਸ਼ੇਅਰ ਹੋਣ ਡਈ ਆ। ਪਹਿਲੀ ਗੱਲ ਕਿ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਆ ਨਹੀਂ ਸ਼ੇਅਰ ਕਰਨੀ ਚਾਹੀਦੀ, ਕਿਉਂਕਿ ਆਪਾਂ ਨੂੰ ਪਤਾ ਕਿ ਕੂਟਨੀਤਿਕ ਪ੍ਰਾਪੇਗੰਡਾ ਹੁੰਦਾ। ਦੂਜੇ ਪਾਸੇ ਦੇਖੋ, ਉਹਨੇ ਇੰਟਰਵਿਊ ਨਹੀਂ ਦੇਣੀ, ਕਿਉਂਕਿ ਆਉਂਦਿਆਂ ਸਾਰ ਹੀ ਉਹਨੂੰ ਏਜੰਸੀਆਂ ਨੇ ਲੈ ਲਿਆ, ਆਪਣੇ ਜੱਫੇ 'ਚ ਲੈ ਲਿਆ। ਔਰ ਸਭ ਤੋਂ ਪਹਿਲਾਂ ਉਹਦੀ 3 ਪਰਤੀ ਪੁੱਛਗਿੱਛ ਹੋਣੀ ਹੈ। 3 ਪਰਤੀ ਕਿਵੇਂ? ਏਅਰਫੋਰਸ ਨੇ ਆਪਣੇ ਪੱਧਰ ਤੇ ਕਰਨੀ ਆ, ਠੀਕ ਹੈ, ਫਿਰ ਜੋ ਦੂਜੀਆਂ ਏਜੰਸੀਆਂ ਸਾਡੀਆਂ ਲੋਕਲ ਹੋ ਸਕਦਾ ਉਹ ਵੀ ਕਰਨ, ਰਾ ਕਰੇਗੀ, IB ਕਰੇਗੀ। ਇਹਨਾਂ ਨੇ ਸਾਰਿਆਂ ਨੇ 3 ਪਰਤੀ, ਘੱਟੋ ਘੱਟ 3-4 ਪਰਤੀ ਜਿਹੜੀ ਆ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਮੈਡੀਕਲ ਪੜਤਾਲ ਵੀ ਹੋਣੀ ਆ ਕਿ ਕੋਈ ਇਹਦੀ ਬੋਡੀ ਦੇ ਵਿੱਚ ਕੋਈ ਐਸਾ ਯੰਤਰ ਤੇ ਨਹੀਂ ਫਿੱਟ ਕਰ ਦਿੱਤਾ, ਜਾਂ ਉਹਨਾਂ ਨੇ ਕੋਈ ਚੀਜ਼ ਇਹੋ ਜਿਹੀ ਇੰਜੈਕਟ ਤੇ ਨਹੀਂ ਕੀਤੀ, ਡਰੱਗ ਨੂੰ ਤਾਂ ਨਹੀਂ ਦਿੱਤਾ ਵੀ ਨੀਂਦ ਬੇਹੋਸ਼ੀ 'ਚ ਕੁਛ ਪੁੱਛ ਲਿਆ ਹੋਵੇ। ਫਿਰ ਇਹ ਵੀ ਇਹਨਾਂ ਨੇ ਵੇਖਣਾ ਕਿ ਇਹਨਾਂ ਨੇ ਕੀ ਪੁੱਛਿਆ ਗਿੱਛਿਆ ਉਹ ਪਾਕਿਸਤਾਨ ਵਾਲਿਆਂ ਨੇ। ਇਹ ਸਾਰੀਆਂ ਚੀਜ਼ਾਂ ਪਹਿਲਾਂ ਕਲੀਅਰ ਹੋਣਗੀਆਂ,
ਉਸ ਤੋਂ ਬਾਅਦ ਫਿਰ ਉਹਨੂੰ ਘਰੇ ਜਾਣ ਦੀ ਇਜਾਜ਼ਤ ਹੋਊਗੀ, ਔਰ ਉਸ ਤੋਂ ਬਾਅਦ ਜਦੋਂ ਸਾਰੀਆਂ ਚੀਜ਼ਾਂ ਠੀਕ ਪਾਈਆਂ ਜਾਂਦੀਆਂ ਉਸ ਤੋਂ ਬਾਅਦ ਹੀ ਰੂਟੀਨ ਦਾ ਜਿਹੜਾ ਉਹ ਕੰਮਕਾਰ ਕਰਦਾ, ਜਿੱਦਾਂ ਉਹਦਾ ਕੰਮ ਇਹੀ ਹੈ ਜਹਾਜ਼ ਉਡਾਉਣਾ, ਤਾਂ ਫਿਰ ਰੂਟੀਨ ਦੇ ਕੰਮ ਕਰਕੇ ਉਹ ਵਾਪਸ ਪਰਤੇਗਾ। ਸੋ ਲੰਬੀ ਚੌੜੀ ਪ੍ਰਕਿਰਿਆ ਇਹ ਨਹੀਂ ਹੈ ਕਿ ਉਹ ਪਾਕਿਸਤਾਨ ਚੋਂ ਤੇ ਯਕਦਮ ਉਹ ਆਪਣੇ ਬੀਵੀ ਬੱਚੇ ਕੋਲ ਚਲੇ ਗਿਆ, ਨਹੀਂ, ਉਹ ਹਾਲੇ ਹਿਰਾਸਤ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਕਹੀਏ, ਹਿਰਾਸਤ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਆਪਾਂ, ਖੈਰ ਇਹਨਾਂ ਦੇ ਕੋਲ ਰਹੇਗਾ, ਪ੍ਰੋਸੀਜਰ ਦੇ ਵਿੱਚ ਸ਼ਾਮਲ ਰਹੇਗਾ। ਬਿਲਕੁਲ, ਉਹ ਜਿਹੜੀ ਇੱਕ ਪ੍ਰਕਿਰਿਆ ਉਸ ਪ੍ਰਕਿਰਿਆ ਚੋਂ ਗੁਜ਼ਰੇਗਾ। ਜੀ, ਵਾਸ਼ਿੰਗਟਨ ਪੋਸਟ ਜਿਹੜਾ ਕਹਿ ਸਕਦੇ ਹਾਂ ਵਿਸ਼ਵ ਦਾ ਤੇ ਅਮਰੀਕਾ ਦਾ ਕਾਫੀ ਪ੍ਰਮੁੱਖ ਅਖਬਾਰ ਆ, ਉਹਨਾਂ ਨੇ ਇਸ ਪਾਇਲਟ ਦੇ ਸਿਰ ਕਿਤੇ ਨਾ ਕਿਤੇ ਸਿਹਰਾ ਬੰਨ੍ਹ ਰਹੇ ਆ ਵੀ ਇੰਡੀਆ ਪਾਕਿਸਤਾਨ ਦੇ ਦਰਮਿਆਨ ਜਿਹੜੀ ਇਹ ਲੜਾਈ ਨੂੰ ਬਚਾਉਣ ਦੇ ਵਿੱਚ ਕਿਤੇ ਨਾ ਕਿਤੇ ਇਸ ਦਾ ਵੀ ਯੋਗਦਾਨ ਆ, ਵੀ ਸਲੀਕੇ ਦੇ ਨਾਲ ਉੱਥੇ ਰਿਹਾ ਆ, ਪਿਆਰ ਦੇ ਨਾਲ ਵੀ ਉਹਨੇ ਗੱਲਬਾਤ ਕੀਤੀ, ਅਤੇ ਦੂਜੇ ਪਾਸੇ ਇਮਰਾਨ ਖਾਨ ਦਾ ਵੀ ਉਸ ਦੇ ਵਿੱਚ ਜਿਹੜਾ ਨਾਲ ਦੇ ਨਾਲ ਉਹ ਜ਼ਿਕਰ ਕਰਦੇ ਨੇ ਵੀ ਉਹਦੇ ਜਿਹੜਾ ਇੱਕ ਗੁੱਡਵਿਲ ਜੈਸਚਰ ਨੇ ਕਿਤੇ ਨਾ ਕਿਤੇ ਇਸ ਲੜਾਈ ਨੂੰ ਜਿਹੜਾ ਉਹ ਰੋਕਿਆ ਆ, ਅੱਗੇ ਵਧਣ ਤੋਂ ਕਿਤੇ ਨਾ ਕਿਤੇ ਰੋਕਿਆ ਹੈਗਾ। ਇਹ ਬੜੀ ਖੂਬਸੂਰਤ ਗੱਲ ਇਹਨਾਂ ਨੇ ਕਹੀ ਆ, ਵਾਸ਼ਿੰਗਟਨ ਪੋਸਟ ਵਾਲਿਆਂ ਨੇ ਕਹੀ ਆ ਨਾ। ਜੀ ਜੀ, ਬਿਲਕੁਲ। ਮੇਰੇ ਖਿਆਲ ਦੇ ਨਾਲ ਜੇ ਇਹ ਚੀਜ਼ ਨਾ ਵਾਪਰਦੀ, ਅਨਫੋਰਚੂਨੇਟਲੀ ਆਪਣੀ ਵਾਪਰੀ ਹੈ, ਪਰ ਇਹ ਫੋਰਚੂਨੇਟ ਹੋ ਗਿਆ। ਜੇ ਮੰਨ ਲਓ ਇਹ ਚੀਜ਼ ਨਾ ਵਾਪਰਦੀ ਤੇ ਮੇਰੇ ਖਿਆਲ ਦੇ ਨਾਲ ਹੋ ਸਕਦਾ ਸੀ ਤੋਪਾਂ ਦੇ ਮੂੰਹ ਵੀ ਖੁੱਲ ਜਾਂਦੇ, ਤਾਂ ਕਿਉਂਕਿ ਮਾਹੌਲ ਇੱਕ ਵਾਰੀ ਤੇ ਇਹੋ ਜਿਹਾ ਬਣ ਗਿਆ ਸੀਗਾ ਕਿ ਲੋਕ ਜਿਹੜੇ ਆ ਉਹ ਤਿਆਰ ਹੋ ਗਏ ਸੀਗੇ ਕਿ ਜੰਗ ਲੱਗ ਗਿਆ। ਤਾਂ ਐਨ ਮੌਕੇ ਤੇ ਜਦੋਂ ਇਹ ਚੀਜ਼ ਵਾਪਰੀ ਆ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ, ਚਾਹੇ ਆਪਾਂ ਅੱਗੇ ਵਿਚਾਰ ਚੁੱਕੇ ਹਾਂ ਕਿ ਬੈਕਡੋਰ ਚੈਨਲ ਕੋਈ ਹੋਰ ਅਖਤਿਆਰ ਕੀਤੇ ਹੁੰਦੇ ਆ, ਦੇਸ਼ਾਂ ਦੀ ਕੂਟਨੀਤੀ ਹੁੰਦੀ ਆ, ਦੇਸ਼ਾਂ ਨੇ ਦੇਖਣਾ ਹੁੰਦਾ ਕਿ ਆਰਥਿਕ ਨੁਕਸਾਨ ਸਾਡਾ ਕਿੰਨਾ, ਜਿਹੜੇ ਇਨਵੈਸਟਰ ਹੁੰਦੇ ਉਹਨਾਂ ਨੇ ਵੀ ਵੇਖਣਾ, ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਅੱਜ ਦੇ ਦੌਰ ਦੇ ਵਿੱਚ। ਪਰ ਫਿਰ ਵੀ ਅਭਿਨੰਦਨ ਦੀ ਜਿਹੜੀ ਉੱਥੇ ਗ੍ਰਿਫਤਾਰੀ ਹੋਈ, ਉਹਦੀ ਜਿਹੜੀ ਹਿਰਾਸਤ ਸੀਗੀ, ਉਹਨੇ ਸਾਰਾ ਮੁੱਦਾ ਜਿਹੜਾ ਸੀਗਾ, ਮਤਲਬ ਕਿ ਜਿਹੜੀ ਕਸ਼ੀਦਗੀ ਸੀਗੀ ਉਹ ਇੱਕ ਸੰਵੇਦਨਸ਼ੀਲ ਮਸਲੇ 'ਚ ਕਨਵਰਟ ਕਰ ਦਿੱਤੀ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਦੀ ਜਨਤਾ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ, ਜੋ ਮਨੁੱਖਤਾ ਦਾ ਤਕਾਜ਼ਾ ਹੈ ਉਹ ਇਹੋ ਕਹਿੰਦਾ ਕਿ ਪਾਇਲਟ ਜਿਹੜਾ ਉਹ ਭਾਰਤ 'ਚ ਵਾਪਸ ਭੇਜਿਆ ਜਾਵੇ। ਤਾਂ ਉੱਥੇ ਜਦੋਂ ਇਸ ਤਰ੍ਹਾਂ ਸੰਵੇਦਨਾ ਜੁੜ ਗਈ, ਇਸ ਤਰ੍ਹਾਂ ਇੱਕ ਭਾਵਨਾ ਜੁੜ ਗਈ, ਹਮਦਰਦੀ ਜੁੜ ਗਈ, ਤਾਂ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਜੰਗ ਦੀ ਕੁੜੱਤਣ ਸੀਗੀ ਉਹ ਦੂਰ ਰਹਿ ਗਈ। ਤਾਂ ਹੁਣ ਵੀ ਇਹੋ ਚਾਹੀਦਾ, ਜੇ ਇੱਕ ਪਾਇਲਟ ਤੁਹਾਡੇ ਮੁਤਾਬਕ ਜਾਂ ਏਡਾ ਵੱਡਾ ਮੀਡੀਆਦਾਰ ਆ ਉਹਦੇ ਮੁਤਾਬਕ ਇਹ ਸਾਰਾ ਕੁਛ ਕਰ ਸਕਦਾ ਇੱਕ ਪਾਇਲਟ, ਤੇ ਮੈਂ ਕਹਿੰਦਾ ਫਿਰ ਕਲਾਕਾਰ, ਖਿਡਾਰੀ ਜਾਂ ਜਿਹੜਾ ਆਸਥਾ ਦਾ ਮਾਮਲਾ ਹੈ ਇਹ ਕਿਉਂ ਨਹੀਂ ਕਰ ਸਕਦੇ, ਤੇ ਬਹੁਤ ਵੱਡਾ ਰੋਲ ਅਦਾ ਕਰ ਸਕਦੇ। ਜੀ ਜੀ, ਬਿਲਕੁਲ। ਚਲੋ, ਹਰ ਇੱਕ ਦੀ ਜਿਹੜੀ ਹੁਣ ਨਜ਼ਰ ਰਹੂਗੀ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਵੀ ਕਿਤੇ ਦੁਬਾਰਾ ਮਾਹੌਲ ਇੰਨਾ ਜ਼ਿਆਦਾ ਜਿਹੜਾ ਗਰਮੈਸ਼ ਵਾਲਾ ਉਹ ਨਾ ਹੀ ਬਣੇ, ਅਤੇ ਦੋਨੋਂ ਪਾਸਿਓਂ ਜਿਹੜੀ ਠੰਡੇ ਜਿਹੜੇ ਥੋੜ੍ਹੇ ਤੇ ਜਿਹੜੇ ਡਾਇਲੋਗ ਵਾਲੇ ਬੰਦੇ ਆ ਉਹ ਮੋਹਰੇ ਆਉਣ। ਇੱਕ ਪਾਸੇ ਇਮਰਾਨ ਖਾਨ ਤਾਂ ਇੱਦਾਂ ਦਾ ਜਿਹੜਾ ਜ਼ਰੂਰ ਨਜ਼ਰ ਆ ਰਿਹਾ ਆ, ਅਤੇ ਹੁਣ ਦੇਖਦੇ ਹਾਂ ਵੀ ਇਲੈਕਸ਼ਨਾਂ ਤੋਂ ਬਾਅਦ 'ਚ ਇਮਰਾਨ ਖਾਨ ਨੇ ਤੇ ਦੇਖੋ ਇਸ ਮਾਮਲੇ 'ਚ ਪੱਲ ਖੱਟੀ ਆ। ਔਰ ਜੇ ਤੁਸੀਂ ਦੇਖੋ, ਅਸੀਂ ਇੰਡੀਆ 'ਚ ਰਹਿੰਦੇ ਹਾਂ, ਇੰਡੀਆ ਦੇ ਵਸਿੰਦੇ, ਇੰਡੀਆ ਦੀ ਖੈਰ ਲੋੜਦੇ ਆ, ਪਰ ਕਿਉਂਕਿ ਹਕੀਕਤ ਜਿਹੜੀ ਆ ਨਾ, ਹਕੀਕਤ ਤੋਂ ਤੁਸੀਂ ਕੰਡ ਦੇ ਕੇ ਬਹੁਤੀ ਦੇਰ ਅੱਗੇ ਨਹੀਂ ਜਾ ਸਕਦੇ। ਹਕੀਕਤ ਇਹ ਆ ਕਿ ਇਸ ਵਾਰੀ ਜਦੋਂ ਪਹਿਲਾ ਸਰਜੀਕਲ ਸਟ੍ਰਾਈਕ ਹੋਇਆ ਸੀ, ਇੰਡੀਆ ਨੇ ਪੈਰ ਪੈਰ ਤੇ ਪਾਕਿਸਤਾਨ ਨੂੰ ਪਿਛਾੜ ਦਿੱਤਾ ਸੀ, ਪਰ ਇਸ ਵਾਰੀ ਉੱਥੇ ਬਦਲਿਆ ਆਇਆ ਕੁਛ ਨਜ਼ਰ ਆਇਆ। ਕਿਉਂਕਿ ਤੁਸੀਂ ਇੱਕ ਦੋ ਚੀਜ਼ਾਂ ਨੋਟ ਕੀਤੀਆਂ ਹੋਣੀਆਂ, ਏਅਰ ਸਟ੍ਰਾਈਕ ਦੀ ਜਾਣਕਾਰੀ ਕਿਹਨੇ ਦਿੱਤੀ ਐਤਕੀ? ਪਾਕਿਸਤਾਨ ਨੇ ਜਾਣਕਾਰੀ ਦਿੱਤੀ, ਔਰ ਫਿਰ ਉਹਨਾਂ ਨੇ ਕੌਮਾਂਤਰੀ ਮੀਡੀਆ ਮੌਕੇ ਤੇ ਖੜ ਲਿਆ। ਜਾਂ ਦੇਖੋ ਹੁਣ, ਜਾਂ ਤਾਂ ਉਹ ਜਾਣਕਾਰੀ ਨਾ ਦਿੰਦੇ ਫਿਰ ਤੇ ਇਹਨਾਂ ਦਾ ਜਿਹੜਾ ਪੱਖ ਸੀ ਬਹੁਤ ਮਜ਼ਬੂਤ ਹੋ ਜਾਣਾ ਸੀ। ਜਦੋਂ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਤਾਂ ਫਿਰ ਜਦੋਂ ਉਹਨਾਂ ਨੇ ਜਾ ਕੇ ਉਹ ਚੀਜ਼ ਵਿਖਾਈ, ਉਹਨਾਂ ਦਾ ਤਰਕ ਜਿਹੜਾ ਸੀ ਵਜ਼ਨਦਾਰ ਹੋ। ਸੋ ਇਸ ਮਾਮਲੇ ਦੇ ਵਿੱਚ ਜੇ ਓਵਰਆਲ ਦੇਖੋਗੇ ਨਾ, ਐਤਕੀ ਪਾਕਿਸਤਾਨ ਬਦਲਿਆ ਨਜ਼ਰ ਆਇਆ, ਕਿਉਂਕਿ ਉਹ ਥੋੜੇ ਜਿਹੇ ਕਿਉਂਕਿ ਇੱਕ ਹੁੰਦਾ ਨਾ, ਇੱਕ ਜੰਗ ਹੁੰਦਾ, ਇੱਕ ਸ਼ਬਦੀ ਜੰਗ ਹੁੰਦਾ, ਇੱਕ ਪ੍ਰਾਪੇਗੰਡਾ ਵਾਰ ਵੀ ਹੁੰਦਾ। ਤਾਂ ਪ੍ਰਾਪੇਗੰਡਾ ਵਾਰ ਸੀਗਾ ਜਿਹੜਾ ਐਤਕੀ ਉਹਨਾਂ ਦਾ ਥੋੜਾ ਜਿਹਾ ਮਜ਼ਬੂਤ ਰਿਹਾ। ਤਾਂ ਤੁਸੀਂ ਇੱਧਰ ਦੇਖਿਆ ਹੋਣਾ, ਇੰਡੀਆ ਦੀ ਜਾਣਕਾਰੀ ਕਿੰਨੀ ਸਲੋ ਆ ਰਹੀ ਸੀ। ਆਪਣਾ ਪਾਇਲਟ ਵੀ ਲਾਪਤਾ ਕਹਿ ਰਹੇ ਸੀਗੇ, ਕਦੇ ਉਹ ਆਪਣੇ ਜਹਾਜ਼ ਨੂੰ ਲਾਪਤਾ ਕਹਿ ਰਹੇ ਸੀਗੇ। ਤਾਂ ਕਈ ਘੰਟੇ ਇਸ ਚੀਜ਼ 'ਚ ਗੁਜ਼ਰ ਗਏ, ਜਦਕਿ ਉਹਨਾਂ ਨੇ ਬਹੁਤ ਜਲਦੀ ਚੀਜ਼ਾਂ ਸਪਸ਼ਟ ਕੀਤੀਆਂ। ਹਾਲਾਂਕਿ ਇੱਕ ਚੀਜ਼ ਹਾਲੇ ਵੀ ਸਪਸ਼ਟ ਆ ਕਿ ਜਿਹੜਾ F-16 ਡਿੱਗਿਆ ਉਹਦਾ ਪਾਇਲਟ ਕਿੱਥੇ ਗਿਆ, ਇਹ ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਭੇਦ ਹੈ।
ਜੀ ਜੀ ਤੇ ਮਿੰਟੂ ਜੀ ਇੱਕ ਹੋਰ ਜਿਹੜੀ ਅਖਬਾਰ ਇੰਡੀਪੈਂਡੈਂਟ ਜਿਹੜੀ ਯੂਕੇ ਦੀ ਚੱਲਦੀ ਆ, ਕਿਉਂਕਿ ਹਰ ਇੱਕ ਦੀ ਨਜ਼ਰਾਂ ਰਹੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ, ਉੱਥੇ ਦਾ ਇੱਕ ਬੜਾ ਮਸ਼ਹੂਰ ਇੱਕ ਰੋਬਰਟ ਫਿਸਕ ਕਰਕੇ ਜਿਹੜਾ ਪੱਤਰਕਾਰ ਹੈਗਾ, ਜਿਹੜਾ ਕਿ ਪਿਛਲੇ 40 ਸਾਲਾਂ ਤੋਂ ਲਿਖ ਰਿਹਾ ਆ, ਉਸਨੇ ਇੱਕ ਆਰਟੀਕਲ ਲਿਖਿਆ। ਹੁਣ ਇਹ ਨਹੀਂ ਪਤਾ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਆ, ਹਰ ਇੱਕ ਦਾ ਆਪੋ ਆਪਣਾ ਸੋਚਣ ਦਾ ਜਿਹੜਾ ਵੱਖੋ ਵੱਖਰੀਆਂ ਨਜ਼ਰੀਆ ਆ। ਉਹ ਕਹਿੰਦਾ ਵੀ ਇਹ ਜਿਹੜਾ ਇੰਡੀਆ ਨੇ ਐਸਕਲੇਟ ਹੋਇਆ ਆ ਕੌਨਫਲਿਕਟ ਪਾਕਿਸਤਾਨ ਦੇ ਨਾਲ, ਇਹ ਹੂਬਹੂ ਇਜ਼ਰਾਈਲ ਦੀ ਛਾਪ ਜਿਹੜੀ ਕਿਤੇ ਨਾ ਕਿਤੇ ਇਸ ਦੇ ਉੱਤੇ ਲੱਗੀ ਨਜ਼ਰ ਆ ਰਹੀ ਆ। ਇਜ਼ਰਾਈਲ ਵਾਲੇ ਵੀ ਕਹਿੰਦੇ ਇੱਦਾਂ ਹੀ ਕਹਿੰਦੇ ਹੁੰਦੇ ਆ ਫੈਲਸਤੀਨੀਆਂ ਦੇ ਖਿਲਾਫ, ਉੱਧਰੋਂ ਕਹਿੰਦੇ ਆ ਜੀ ਉਹਨਾਂ ਨੇ ਹਮਲਾ ਕਰਤਾ ਤੇ ਉੱਧਰੋਂ 에ਅਰ ਸਟ੍ਰਾਈਕਾਂ ਕਰਦੀਆਂ। ਕਹਿੰਦੇ ਹੂਬਹੂ ਬੋਲੀ ਤੇ ਹੂਬਹੂ ਇਹ ਸਾਰਾ ਉਸ ਤਰੀਕੇ ਦਾ ਨਜ਼ਰ ਆਇਆ ਆ। ਤੁਹਾਨੂੰ ਕੁਛ ਲੱਗਦਾ ਇਸ ਤਰੀਕੇ ਦੀ ਆ? ਤੇ ਨਾਲੇ ਇਹ ਵੀ ਗੱਲ ਉਹਨਾਂ ਨੇ ਜੋੜ ਕੇ ਦੱਸੀ ਵੀ ਜਿਹੜੇ ਭਾਜਪਾ ਵਾਲਾ ਤੇ ਮੌਜੂਦਾ ਇੰਡੀਆ ਦੀ ਸਰਕਾਰ ਆ, ਉਹ ਇਜ਼ਰਾਈਲ ਦੇ ਇਸ ਟਾਈਮ ਕਾਫੀ ਨਜ਼ਦੀਕ ਵੀ ਆ, ਤੇ ਵਪਾਰ ਵੀ ਖਾਸ ਕਰਕੇ ਹਥਿਆਰਾਂ ਦਾ ਉਹਨਾਂ ਦਾ ਚੱਲਦਾ ਹੈ। ਹਾਂ, ਕਾਫੀ ਜ਼ਿਆਦਾ ਇਹਨਾਂ ਨੇ ਵੱਡੀਆਂ ਡੀਲਾਂ ਕੀਤੀਆਂ ਇਹਨਾਂ ਦੇ ਨਾਲ। ਔਰ ਦੂਜੀ ਚੀਜ਼ ਹੋਰ ਵੇਖੋ ਕਿ ਇੱਕ ਬਹੁਤ ਵੱਡੇ ਮਾਹਰ ਨੇ ਸੈਟੇਲਾਈਟ ਪਿਕਚਰਾਈਜੇਸ਼ਨ ਦੇ, ਨਾਥਨ ਰਿਊਜ਼ਰ, ਉਹਨਾਂ ਦਾ ਵੀ ਇੱਕ ਲੇਖ ਆਇਆ ਜਿਹੜਾ ਮੇਰੇ ਖਿਆਲ ਦੇ ਨਾਲ ਇੰਗਲਿਸ਼ ਵਾਇਰ ਵਾਲਿਆਂ ਨੇ ਵੀ ਛਾਪਿਆ, ਹੋਰ ਵੀ ਕਈ ਅਦਾਰਿਆਂ ਨੇ ਉਹ ਛਾਪਿਆ ਹੋਊਗਾ। ਉਹਦੇ ਵਿੱਚ ਉਹਨਾਂ ਨੇ ਸੈਟੇਲਾਈਟ ਫੋਟੋਆਂ ਜਿਹੜੀਆਂ ਉਹ ਦੇ ਕੇ ਖੁਲਾਸਾ ਕੀਤਾ ਕਿ ਇਹਨਾਂ ਦਾ ਟਾਰਗੇਟ ਜਿਹੜਾ ਇਹਨਾਂ ਨੇ ਹਿੱਟ ਕਰਨਾ ਸੀਗਾ 에ਅਰ ਸਟ੍ਰਾਈਕ 'ਚ, ਉਹ 1 ਕਿਲੋਮੀਟਰ ਦੂਰ ਰਹਿ ਗਿਆ। ਉਸ ਆਰਟੀਕਲ ਦੇ ਜਵਾਬ ਦੇ ਵਿੱਚ ਇੱਧਰੋਂ ਹਾਲੇ ਤੱਕ ਕਿਸੇ ਨੇ ਵੀ ਆਰਟੀਕਲ ਨਹੀਂ ਲਿਖਿਆ। ਦੱਸ ਕੇ ਲਿਖਣਾ ਚਾਹੀਦਾ, ਜਵਾਬ ਦੇਣਾ ਚਾਹੀਦਾ। ਔਰ ਦੂਜੀ ਚੀਜ਼ ਬਿਲਕੁਲ ਸਹੀ ਆ, ਠੀਕ ਹੈ। ਮੈਂ ਪਹਿਲਾਂ ਹੀ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀਗੀ ਕਿ ਦੇਖੋ ਇਜ਼ਰਾਈਲ ਦਾ ਜਿਹੜਾ ਢੰਗ ਆ ਉਹ ਇਹੀ ਆ। ਉਹ ਫਿਲਿਸਤਾਈਨ ਦੇ ਵਿੱਚ ਜਿਸ ਤਰੀਕੇ ਨਾਲ ਗਾਜ਼ਾ ਪੱਟੀ ਦੇ ਵਿੱਚ ਸਭ ਕੁਛ ਕਰਦਾ, ਉਸ ਤੋਂ ਬਾਅਦ ਇਹ ਕਹਿੰਦਾ ਕਿ ਆਤਮ ਰੱਖਿਆ ਮੇਰਾ ਅਧਿਕਾਰ ਆ। ਹੁਣ ਤਾਜ਼ਾ ਮੈਂ ਤੁਹਾਨੂੰ 2 ਦਿਨ ਪਹਿਲਾਂ ਦੀ ਗੱਲ ਦੱਸਾਂ ਕਿ UN ਨੇ ਮਨੁੱਖਤਾ ਦੇ ਵਿਰੁੱਧ ਅਪਰਾਧ ਦਾ ਉਹਨੂੰ ਦੋਸ਼ੀ ਮੰਨਿਆ, ਕਿਉਂਕਿ ਉਹਨਾਂ ਨੇ 12,000 ਬੰਦਾ ਮਾਰ ਦਿੱਤਾ, ਜਿਹਦੇ ਵਿੱਚ ਬੱਚੇ ਵੀ ਸੀਗੇ, ਜਿਹਦੇ ਵਿੱਚ ਔਰਤਾਂ ਵੀ ਸੀਗੀਆਂ, ਜਿਹਦੇ ਵਿੱਚ ਅੰਗਹੀਣ ਲੋਕ ਵੀ ਸੀ। ਆ ਥੋੜੇ ਦਿਨ ਪਹਿਲਾਂ ਦੀ ਗੱਲ ਆ। ਤਾਂ ਉਹਨਾਂ ਨੇ ਉਸ ਆਪਾਂ ਕਹੀਏ ਕਿ ਮਾੜੇ ਕੰਮ ਨੂੰ ਉਹਨਾਂ ਨੇ ਮਨੁੱਖਤਾ ਦੇ ਵਿਰੁੱਧ ਅਪਰਾਧ ਮੰਨਿਆ, ਜਦ ਕਿ ਇਜ਼ਰਾਈਲ ਕਹਿ ਰਿਹਾ ਕਿ ਨਹੀਂ, ਸਾਡਾ ਇਹ ਅਧਿਕਾਰ ਹੈ, ਅਸੀਂ ਰਿਪੋਰਟਾਂ ਨਹੀਂ ਮੰਨਦੇ, ਇਹ ਰਿਪੋਰਟਾਂ ਝੂਠੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਪੈਟਰਨ ਉਹੀ ਬਣਾਇਆ ਜਾ ਰਿਹਾ, ਪੈਟਰਨ ਉਹੀ ਅਪਣਾਇਆ ਜਾ ਰਿਹਾ। ਤੁਸੀਂ ਦੇਖੋਗੇ ਕਿ 에ਅਰ ਸਟ੍ਰਾਈਕ ਹੁੰਦਾ। ਹੁਣ ਜਿਹੜੇ ਮੈਂ ਉਸ ਚੀਜ਼ ਨੂੰ ਨਾਲ ਜੋੜ ਰਿਹਾ, ਦੋਨਾਂ ਨੂੰ ਮੈਂ ਰਿਲੇਟ ਕਰਦਾ ਪਿਆ ਕਿ ਉਹ ਜਿਹੜੇ ਲੇਖਕ ਆ ਜਿਨ੍ਹਾਂ ਨੇ ਬਹੁਤ ਵੱਡਾ ਲੇਖ ਲਿਖਿਆ, ਉਹ ਕਹਿੰਦੇ ਆ ਕਿ ਟਾਰਗੇਟ ਤੇ ਰਹਿ ਗਿਆ 1 ਕਿਲੋਮੀਟਰ ਪਰੇ ਜਿੱਥੇ ਮਦਰਸਾ ਚੱਲਦਾ ਸੀਗਾ, ਔਰ ਮਦਰਸੇ ਦੇ ਵਿੱਚ ਸ਼ਾਇਦ ਟ੍ਰੇਨਿੰਗ ਸੈਂਟਰ ਵੀ ਹੋਵੇ, ਕੋਈ ਪੱਕਾ ਨਹੀਂ ਕਿਹਾ ਜਾ ਸਕਦਾ। ਤਾਂ 1 ਕਿਲੋਮੀਟਰ ਉਰੇ ਡਿੱਗਣਾ ਔਰ ਇੱਕ ਬੰਦੇ ਦਾ ਫੱਟੜ ਹੋਣਾ, ਜਿਹੜੇ ਪ੍ਰਤੱਖਦਰਸ਼ੀ ਦੱਸਦੇ ਆ ਕਿ ਇੱਕ ਬੰਦਾ ਅਸੀਂ ਫੱਟੜ ਹੋਇਆ ਦੇਖਿਆ। ਇੱਕ ਸਿਵਿਲੀਅਨ ਦੱਸਦਾ ਕਿ ਸਾਡੇ ਘਰ ਦੀਆਂ ਜਿਹੜੀਆਂ ਦੀਵਾਰਾਂ ਸੀ ਡਿੱਗ ਡੁੱਗ ਪਈਆਂ, ਸਾਨੂੰ ਆਪ ਦੀਆਂ ਨੂੰ ਸੱਟਾਂ ਲੱਗੀਆਂ ਕੁਝ। ਤਾਂ ਇਹਦਾ ਮਤਲਬ ਆ ਕਿ ਸਟ੍ਰਾਈਕ ਤੇ ਤੁਸੀਂ ਉੱਥੇ ਕਰ ਹੀ ਨਹੀਂ ਸਕੇ ਜਿੱਥੇ ਤੁਹਾਡਾ ਟਾਰਗੇਟ ਸੀਗਾ। ਤੇ ਜੇ ਹੁਣ ਉਹ ਟਾਰਗੇਟ ਹਿੱਟ ਨਹੀਂ ਹੋਇਆ ਜਿਹੜਾ ਤੁਸੀਂ ਮਿੱਥ ਕੇ ਚੱਲੇ ਸੀ, ਤਾਂ ਫਿਰ ਤੁਸੀਂ ਉਸ ਚੀਜ਼ ਨੂੰ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਅੱਤਵਾਦ ਤੇ ਹਮਲਾ ਕੀਤਾ? ਜਾਂ ਫਿਰ ਉਸ ਚੀਜ਼ ਨੂੰ ਤੁਸੀਂ ਹਿੱਟ ਕਰਦੇ, ਉਹਦਾ ਠੋਸ ਹਾਲੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਇਆ। ਜੇ ਕੋਈ ਸਬੂਤ ਮੰਗਦਾ ਤੇ ਉਹਨੂੰ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ। ਯਾਨੀ ਕਹਿਣ ਦਾ ਭਾਵ ਹੈ ਬਿਲਕੁਲ ਉਹੀ ਪੈਟਰਨ ਹੈ, ਇਜ਼ਰਾਈਲ ਵਾਲਾ ਹੀ ਹੈ ਕਿ ਆਤਮ ਰੱਖਿਆ ਸਾਡਾ ਅਧਿਕਾਰ ਆ, ਅਸੀਂ ਕਿਸੇ ਤੇ ਹਮਲਾ ਨਹੀਂ ਕਰ ਰਹੇ, ਸਿਵਿਲੀਅਨ ਤੇ ਹਮਲਾ ਨਹੀਂ ਕਰ ਰਹੇ। ਜਦਕਿ ਇਹੋ ਜਿਹੇ ਹਮਲਿਆਂ ਦੇ ਵਿੱਚ ਸਿਵਿਲੀਅਨ ਨਿਸ਼ਾਨਾ ਨਾ ਬਣਨੇ ਦੀ ਕੀ ਗਰੰਟੀ ਆ? ਜੇ ਪਾਕਿਸਤਾਨ ਵਾਲੇ ਇੱਧਰ ਆਉਂਦੇ ਆ, ਉਹ ਕਹਿੰਦੇ ਅਸੀਂ ਮਿਲਟਰੀ ਨੂੰ ਅਸੀਂ ਕਰਦੇ ਹਾਂ ਹਿੱਟ, ਤਾਂ ਉਹ ਇੱਥੇ ਰੈਸ਼ੀ ਏਰੀਆ ਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ, ਇਹਦੀ ਕੋਈ ਗਰੰਟੀ ਥੋੜ੍ਹੀ ਹੈ ਕਿ ਨਹੀਂ ਉਹ ਨੁਕਸਾਨ ਨਹੀਂ ਕਰਨਗੇ। ਤਾਂ ਕਹਿਣ ਦਾ ਭਾਵ ਹੈ ਕਿ ਪੈਟਰਨ ਬਿਲਕੁਲ ਇਜ਼ਰਾਈਲ ਵਾਲਾ ਹੀ ਆ। ਇਜ਼ਰਾਈਲ ਵੀ ਇਹੋ ਕਹਿੰਦਾ ਕਿ ਦੇਖੋ ਜੀ ਆਤਮ ਰੱਖਿਆ ਦਾ ਸਾਡੇ ਕੋਲ ਅਧਿਕਾਰ ਹੈ, ਅਸੀਂ ਆਤਮ ਰੱਖਿਆ ਕਰ ਰਹੇ ਹਾਂ, ਅਸੀਂ ਅੱਤਵਾਦ ਦੇ ਵਿਰੁੱਧ ਲੜ ਰਹੇ ਹਾਂ। ਤਾਂ ਇਹ ਇਜ਼ਰਾਈਲ ਦਾ ਕਿਤੇ ਨਾ ਕਿਤੇ ਨਾ ਥੋੜਾ ਜਿਹਾ ਰੰਗ ਚੜਿਆ ਪਰ ਜੀ ਇੱਕ ਟਾਈਮ ਤੇ ਫੈਲਸਤੀਨ ਦੇ ਜਿਹੜੇ ਬੜੇ ਕਰੀਬੀ ਹੁੰਦੇ ਸੀ ਭਾਰਤੀ, ਤੇ ਹੁਣ ਇਹਨਾਂ ਨੇ ਮੋੜਾ ਕੱਟ ਲਿਆ ਸੀਗਾ। ਜੀ ਯਾਸਿਰ ਅਰਾਫਾਤ ਤੇ ਮਿਲਾਦਾ ਛੱਡਣ ਤੋਂ ਬਾਅਦ, ਜਾਣ ਤੋਂ ਬਾਅਦ ਚ ਕਾਫੀ ਜ਼ਿਆਦਾ ਜਿਹੜਾ ਫਰਕ ਆ ਇੱਧਰ ਪਿਆ ਹੈਗਾ। ਅਗਲੀ ਜਿਹੜੀ ਮਿੰਟੂ ਜੀ, ਹੁਣ ਆਪਾਂ ਜਿਹੜੀਆਂ ਹੋਰ ਖਬਰਾਂ ਦੇ ਉੱਤੇ ਵੀ ਜੇ ਨਜ਼ਰ ਮਾਰੀਏ, ਰਾਖਵੇਂ ਕਰਨ ਨੂੰ ਲੈ ਕੇ ਹੁਣ ਕਸ਼ਮੀਰੀ ਨੇਤਾ ਜਿਹੜੇ ਉਹ ਭੜਕੇ ਨੇ। ਦੇਖੋ ਇਹਨਾਂ ਨੇ ਨਾ 370 ਦੇ ਵਿੱਚ ਇੱਕ ਸੋਧ ਕੀਤੀ ਹੈ, ਰਾਸ਼ਟਰਪਤੀ ਤੋਂ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ। 370 ਦਾ ਤੁਹਾਨੂੰ ਪਤਾ ਵਿਸ਼ੇਸ਼ ਰਾਜ ਦਾ ਦਰਜਾ ਦਿੰਦਾ ਜੰਮੂ। ਉਹਦੇ ਵਿੱਚ ਡਿਫੈਂਸ ਨੂੰ ਛੱਡ ਕੇ, ਸੂਚਨਾ ਸੰਚਾਰ ਨੂੰ ਛੱਡ ਕੇ,
ਜਾਂ ਵਿਦੇਸ਼ ਮੰਤਰਾਲੇ ਨੂੰ ਛੱਡ ਕੇ ਬਾਕੀ ਬਹੁਤੇ ਅਧਿਕਾਰ ਜਿਹੜੇ ਉਹਨਾਂ ਦੇ ਕੋਲ ਆ। ਤਾਂ ਇਹਨਾਂ ਨੇ ਕੀ ਕੀਤਾ ਕਿ ਇੱਕ ਕੈਬਨਿਟ ਦੇ ਰਾਹੀਂ ਸੋਧ ਕਰਕੇ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਰਾਸ਼ਟਰਪਤੀ ਤੋਂ। ਤਾਂ ਇਹਦੇ ਵਿੱਚ ਹੁਣ ਪੰਗਾ ਇਹ ਆ ਕਿ ਉਹ ਇਸ ਚੀਜ਼ ਨੂੰ ਬਹੁਤ ਸਖਤੀ ਨਾਲ ਲੈ ਰਹੇ ਆ, ਬਹੁਤ ਗੁੱਸੇ ਨਾਲ ਲੈ ਰਹੇ ਆ। ਉਹ ਕਹਿੰਦੇ ਕਿ ਸਿੱਧੇ ਤੌਰ ਤੇ ਧਾਰਾ 370 ਨੂੰ ਭੰਗ ਕਰਨ ਦੀ ਕਵਾਇਦ ਆ। ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਨਾਜ਼ੁਕ ਮੌਕੇ ਤੇ ਇਸ ਤਰ੍ਹਾਂ ਦਾ, ਕਿਉਂਕਿ ਇਹਨਾਂ ਨੇ ਆਰਥਿਕ ਪਛੜਿਆਂ ਨੂੰ ਕਿਹਾ ਸੀਗਾ ਨਾ ਕਿ ਅਸੀਂ ਲਾਭ ਦੇਵਾਂਗੇ, ਤਾਂ ਕਿਉਂਕਿ ਉੱਥੇ ਦੇਖੋ ਇਸ ਸਮੇਂ ਸਰਕਾਰ ਚੁਣੀ ਹੋਈ ਸਰਕਾਰ ਹੋਵੇ, ਜਨਤਾ ਦੀ ਚੁਣੀ ਹੋਈ ਸਰਕਾਰ ਹੋਵੇ, ਉਹ ਪ੍ਰਵਾਨਗੀ ਦੇ ਦੇਵੇ। ਕਿਉਂਕਿ 370 ਦੇ ਵਿੱਚ ਤੁਸੀਂ ਦੇਖੋਗੇ ਉੱਥੇ GST ਲਾਗੂ ਨਹੀਂ ਹੁੰਦਾ, ਰਾਈਟ ਟੂ ਐਜੂਕੇਸ਼ਨ ਲਾਗੂ ਨਹੀਂ ਹੁੰਦਾ, RTI ਲਾਗੂ ਨਹੀਂ ਹੁੰਦੀ, ਕਿਉਂਕਿ ਉੱਥੋਂ ਦੀ ਸਰਕਾਰ ਪ੍ਰਵਾਨਗੀ ਨਹੀਂ। ਤੇ ਜੇ ਉੱਥੋਂ ਦੀ ਚੁਣੀ ਹੋਈ ਜਨਤਾ ਦੀ ਸਰਕਾਰ ਕਹੇ ਕਿ ਠੀਕ ਆ, ਸਾਨੂੰ ਮਨਜ਼ੂਰ ਆ ਰਾਖਵਾਂਕਰਨ ਪਛੜਿਆਂ ਨੂੰ ਦੇਣਾ ਚਾਹੀਦਾ, ਇੱਥੋਂ ਦੇ ਲੋਕਾਂ ਨੂੰ ਵੀ ਲਾਭ ਮਿਲਣਾ ਚਾਹੀਦਾ, ਤਾਂ ਫਿਰ ਤਾਂ ਠੀਕ ਆ। ਅਜੇ ਉੱਥੇ ਰਾਜਪਾਲ ਆ, ਰਾਜ ਆ, ਤਾਂ ਮੇਰੇ ਖਿਆਲ ਦੇ ਨਾਲ ਰਾਸ਼ਟਰਪਤੀ ਰਾਜ ਆ ਜਿਹੜਾ, ਉਹ ਲੰਘਾ ਕੇ ਜਦੋਂ ਸਰਕਾਰ ਚੁਣੀ ਜਾਂਦੀ ਤਾਂ ਉਸ ਸਮੇਂ ਚੀਜ਼ਾਂ ਕੀਤੀਆਂ ਜਾਂਦੀਆਂ ਤਾਂ ਬਿਹਤਰ ਸੀਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਰਾਵਲੀ ਇਲਾਕੇ ਦੇ ਵਿੱਚ ਨਿਰਮਾਣ ਦੀ ਆਗਿਆ ਨੂੰ ਲੈ ਕੇ ਸੁਪਰੀਮ ਕੋਰਟ ਹਰਿਆਣੇ ਨੂੰ ਪੈ ਗਿਆ। ਦੇਖੋ, ਹਰਿਆਣੇ ਵਾਲਿਆਂ ਨੇ ਇੱਕ ਤਰਮੀਮ ਕਰ ਦਿੱਤੀ ਸੀਗੀ, ਕਾਨੂੰਨ ਦੇ ਵਿੱਚ ਤਰਮੀਮ ਕਰਕੇ ਇਹਨਾਂ ਨੇ ਕੀ ਕੀਤਾ ਕਿ ਅਰਾਵਲੀ ਇਲਾਕੇ ਦੇ ਵਿੱਚ ਨਿਰਮਾਣ ਕਾਰਜਾਂ ਨੂੰ ਇਜਾਜ਼ਤ ਦੇ ਦਿੱਤੀ। ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਬਹੁਤ ਸਖਤ ਰਵੱਈਆ ਅਪਣਾਇਆ, ਕਿਉਂਕਿ ਕੋਰਟ ਨੇ ਪਹਿਲਾਂ ਹੀ ਆਲਰੇਡੀ ਇੱਥੇ ਨਿਰਮਾਣ ਕਾਰਜਾਂ ਤੇ ਪਾਬੰਦੀ ਲਾਈ ਹੋਈ ਆ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਸਿੱਧੇ ਤੌਰ ਤੇ ਅਦਾਲਤੀ ਅਵਗਿਆ ਦਾ ਬਣਦਾ, ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। ਤਾਂ ਉਹਨਾਂ ਨੇ ਜੋ ਇਹਨਾਂ ਨੇ ਤਰਮੀਮ ਕੀਤੀ ਆ ਉਹਦੀ ਕਾਪੀ ਵੀ ਮੰਗਾ ਲਈ ਆ। ਇਹ ਬਹੁਤ ਖਤਰਨਾਕ ਚੱਲਣ ਆ। ਦੇਖੋ, ਸਰਕਾਰਾਂ ਦਾ ਕੰਮ ਕੀ ਆ ਅਸਲ ਦੇ ਵਿੱਚ, ਅਰਾਵਲੀ ਤੁਹਾਨੂੰ ਪਤਾ ਹੀ ਹੈ ਨਾ, ਅਰਾਵਲੀ ਪਰਬਤ ਲੜੀ ਆ। ਤਾਂ ਅਰਾਵਲੀ ਦੇ ਕੀ ਆ ਕਿ ਆਪਾਂ ਅੱਗੇ ਵੀ ਇੱਕ ਵਾਰੀ ਖਬਰ ਕੀਤੀ ਸੀ ਸ਼ਾਇਦ ਕਿ ਰਾਜਸਥਾਨ ਦੇ ਵਿੱਚ ਜਿਹੜੀਆਂ ਅਰਾਵਲੀ ਪਹਾੜੀਆਂ ਨੇ, ਉਹਨਾਂ ਦੇ ਵਿੱਚੋਂ 30 ਪਹਾੜੀਆਂ ਜਿਹੜੀਆਂ ਉਹ ਗੁੰਮਸ਼ੁਦਾ ਹੀ ਹੋ ਗਈਆਂ, ਤਾਂ ਪਤਾ ਹੀ ਹੋ। ਇਹ ਸੁਪਰੀਮ ਕੋਰਟ ਨੇ ਸ਼ਾਇਦ ਉਦੋਂ ਇਹ ਟਿੱਪਣੀ ਕੀਤੀ ਸੀਗੀ ਕਿ ਉਹ ਪਹਾੜੀਆਂ ਕੌਣ ਲੈ ਗਿਆ, ਹਨੂੰਮਾਨ ਤਾਂ ਨਹੀਂ ਲੈ ਗਿਆ ਕਿਤੇ, ਪਤਾ ਕਰੋ। ਤਾਂ ਉਹ ਪਹਾੜੀਆਂ ਖੁਰਚੀਆਂ ਗਈਆਂ ਸੀ ਅਸਲ ਦੇ ਵਿੱਚ। ਤਾਂ ਦੇਖੋ, ਸਰਕਾਰਾਂ ਦਾ ਕੰਮ ਕੀ ਹੁੰਦਾ, ਸਰਕਾਰਾਂ ਨੇ ਤੇ ਵਾਤਾਵਰਨ ਬਚਾਉਣਾ, ਜੋ ਸਾਡੇ ਕੋਲ ਕੁਦਰਤੀ ਰਿਸੋਰਸਿਸ ਨੇ ਉਹਨਾਂ ਨੂੰ ਸਾਂਭਣਾ, ਉਹਨਾਂ ਦੀ ਜਿਹੜੀ ਅੰਨੀ ਲੁੱਟ ਆ ਉਹ ਨਹੀਂ ਹੋਣ ਦੇਣੀ। ਤਾਂ ਉਲਟਾ ਹੋ ਕੀ ਰਿਹਾ, ਜਿੱਦਾਂ ਸਾਡਾ ਪੰਜਾਬ ਕਰ ਰਿਹਾ ਜਾਂ ਜਿੱਦਾਂ ਸਾਡਾ ਹਰਿਆਣਾ ਕਰ ਰਿਹਾ, ਉਸੇ ਤਰ੍ਹਾਂ ਹੀ ਸਾਰੇ ਸੂਬੇ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੇ ਕੁਦਰਤੀ ਸੋਮੇ ਹੈ, ਜਿਸ ਤਰ੍ਹਾਂ ਕੁਦਰਤ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ, ਉੱਥੇ ਉੱਥੇ ਇਸ ਤਰ੍ਹਾਂ ਦੀ ਲੁੱਟ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ। ਯਾਨੀ ਸਰਕਾਰਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੂੰ ਪ੍ਰੋਟੈਕਟ ਕਰਨ, ਉਹਨਾਂ ਚੀਜ਼ਾਂ ਨੂੰ ਜੋ ਲੋਕਾਂ ਦੇ ਜੀਵਨ ਨਾਲ ਜੁੜੀਆਂ, ਉਹ ਉਲਟਾ ਉਹਨਾਂ ਚੀਜ਼ਾਂ ਨੂੰ ਲੁਟਾ ਰਹੇ ਆ ਜਾਂ ਲੁੱਟ ਰਹੇ ਆ। ਤਾਂ ਇਹਦੇ ਤੇ ਸੁਪਰੀਮ ਕੋਰਟ ਦਾ ਰੁਖ ਜਿਹੜਾ ਮੈਂ ਕਹਾਂਗਾ ਕਿ ਬਿਹਤਰੀਨ ਰਿਹਾ। ਹੁਣ ਅੱਗੇ ਵੇਖਣਾ ਹੋਏਗਾ ਕਿ ਉਹ ਇਹਦੇ ਤੇ ਪੱਕੀ ਰੋਕ ਲਾਉਂਦੇ ਆ ਜਾਂ ਇਹ ਰੋਕ ਅਸਥਾਈ ਰਹੂਗੀ। ਜੀ ਜੀ ਜੀ। ਅਗਲੀ ਗੱਲ ਕਰਦੇ, ਕਮੇਟੀ ਪ੍ਰਧਾਨ ਨੇ ਕੀਤੀ ਮੰਗ ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦਾ ਜਿਹੜਾ ਇਹ ਬਿਆਨ ਆਇਆ ਉਹ ਕਦੋਂ ਆਇਆ, ਟਾਈਮਿੰਗ ਵੇਖੋ, ਨੋਟ ਕਰੋ ਕਿ ਇੱਕ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਇਹ ਮੰਗ ਕਰਦੇ ਪਏ ਸੀਗੇ ਕਿ ਜਿਹੜੀ ਇਸ ਮਾਮਲੇ ਦੀ ਜਾਂਚ ਪੜਤਾਲ ਵਾ ਉਹ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਇਹਨਾਂ ਦੋਨਾਂ ਨੂੰ ਹੀ ਇੱਕ ਕਾਮਨ ਸਵਾਲ ਕੀਤਾ ਜਾ ਸਕਦਾ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਇਹ ਕੰਮ ਕਿਉਂ ਨਹੀਂ ਕੀਤਾ। ਤੁਸੀਂ ਰਿਟਾਇਰ ਜੱਜ ਜੋਰਾ ਸਿੰਘ ਦਾ ਕਮਿਸ਼ਨ ਬਣਾਇਆ ਸੀਗਾ, ਤਾਂ ਉਸ ਕਮਿਸ਼ਨ ਨੇ ਖੁਦ ਉਸ ਕਮਿਸ਼ਨ ਨੇ ਤੁਹਾਡੇ ਤੇ ਕਿੱਦਾਂ ਦੇ ਦੋਸ਼ ਲਾ ਦਿੱਤੇ। ਤਾਂ ਕਹਿਣ ਦਾ ਭਾਵ ਇਹ ਆ ਕਿ ਹੁਣ ਤੁਸੀਂ ਵੇਲਾ ਵਹਾ ਕੇ ਰੌਲਾ ਪਾ ਰਹੇ ਹੋ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜੇ ਮੰਨ ਲਓ ਪੁਲਿਸ ਅਫਸਰ ਫੜੇ ਆ ਜਿਹੜੇ ਨਾਮਜ਼ਦ ਕੀਤੇ ਆ, ਕਿ ਇਹ ਵੀ ਪੁਲਿਸ ਅਫਸਰ ਜਿਹੜੇ ਨਜਾਇਜ਼ ਪੁਲਿਸ ਨੇ ਫੜੇ, ਇਹ ਬਹੁਤ ਵੱਡਾ ਸਵਾਲ ਆ। ਜੋ ਤੱਥ ਨਿਕਲਦੇ ਪਏ ਆ, ਜੋ ਉਹਨਾਂ ਚੀਜ਼ਾਂ ਦੇ ਸਬੂਤ ਨਿਕਲਦੇ ਪਏ ਆ, ਕਿੱਥੋਂ ਤੱਕ ਕਿ ਬੈਦਲ ਦੇ ਵਿੱਚ ਤੇ ਕੋਈ ਡਿਊਟੀ ਮੈਜਿਸਟ੍ਰੇਟ ਨਹੀਂ ਸੀਗਾ, ਤੇ ਕਿੰਨੀ ਕੋਨੀ ਮੱਚੀ ਆ। ਤਾਂ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਗੋਬਿੰਦ ਸਿੰਘ ਲੌਂਗੋਵਾਲ ਨੂੰ, ਜਿਸ ਉਹ ਸੰਸਥਾ ਦੇ ਪ੍ਰਧਾਨ ਆ, ਉਸ ਸੰਸਥਾ ਦੀ ਮਹਾਨਤਾ ਦਾ ਥੋੜਾ ਬਹੁਤਾ ਖਿਆਲ ਰੱਖਣਾ ਚਾਹੀਦਾ ਕਿ ਇਹ ਮਾਮਲਾ ਸਿੱਖ ਭਾਵਨਾਵਾਂ ਨਾਲ ਹੀ ਜੁੜਿਆ, ਉਹ ਨਰੋ ਰਾਜਨੀਤੀ ਨਾਲ ਜੋੜ ਰਹੇ ਆ। ਕਿਉਂਕਿ ਦੇਖੋ, ਮਨਤਾਰ ਬਰਾੜ ਤੋਂ ਪੁੱਛਗਿੱਛ ਹੋ ਗਈ, ਜਿਹੜਾ ਇਹਨਾਂ ਦਾ ਸਾਬਕਾ ਵਿਧਾਇਕ ਸੀ ਕੋਟਕਪੂਰੇ ਦਾ। ਬਹੁਤ ਹੱਦ ਤੱਕ ਮਨਤਾਰ ਸਿੰਘ ਬਰਾੜ ਅਰੈਸਟ ਹੋਣ ਦੀ ਸੰਭਾਵਨਾ ਰੱਖਦਾ, ਕਿਉਂਕਿ ਉਹ ਕੋਰਟ 'ਚ ਚਲੇ ਗਿਆ ਬਲੈਂਕੇਟ ਬੇਲ ਵਾਸਤੇ, ਕਿਉਂਕਿ ਉਹਨੂੰ ਡਰ ਸਤਾ ਰਿਹਾ।
ਜੇ ਮੰਨ ਲਓ ਮਨਤਾਰ ਬਰਾੜ ਨੂੰ ਹੱਥ ਪੈਂਦਾ ਤਾਂ ਫਿਰ ਸਿੱਧੇ ਤੌਰ ਤੇ ਅੱਗੇ ਰਸਤਾ ਜਿਹੜਾ ਉਹ ਇਹਨਾਂ ਤੱਕ ਵੀ ਖੁੱਲਦਾ। ਤਾਂ ਇਸ ਕਰਕੇ ਨਾ ਸਿਰਫ ਅਕਾਲੀ ਦਲ ਆਪਣੇ ਪੱਧਰ ਤੇ ਕਾਂਗਰਸ ਸਰਕਾਰ ਤੇ ਦਬਾਅ ਬਣਾ ਰਿਹਾ, ਬਲਕਿ ਐਸਜੀਪੀਸੀ ਦੇ ਮਾਰਫਤ ਵੀ ਉਹ ਦਬਾਅ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ। ਜੀ ਜੀ, ਸਹੀ ਗੱਲ ਆ ਮਿੰਟੂ ਜੀ, ਤੁਸੀਂ ਗੱਲ ਤਾਂ ਹੈਗੀ ਆ ਵੀ ਜੇ ਉਹ ਉਸ ਚੀਜ਼ ਨੂੰ ਸਮਝਣ, ਪਰ ਸਭ ਨੂੰ ਹੀ ਪਤਾ ਹੈ ਵੀ ਇੰਨੇ ਸਾਲ ਹੋ ਗਏ, ਸਮਝਿਆ ਨਹੀਂ, ਅਚਾਨਕ ਕਿੱਥੋਂ ਇਹਨਾਂ ਨੂੰ ਸਮਝ ਆ ਜਾਣੀ। ਅਗਲੀ ਜਿਹੜੀ ਗੱਲ ਕਰਦੇ ਹਾਂ, NGT ਨੇ ਪੰਜਾਬ ਸਰਕਾਰ ਨੂੰ ਫੇਲ ਗਰਦਾਨਿਆ, ਨਹੀਂ ਦਿੱਤੀ ਜੁਰਮਾਨੇ ਤੋਂ ਰਾਹਤ। ਦੇਖੋ NGT ਦੇ ਵਿੱਚ ਫਿਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀਗੀ 22-23 ਫਰਵਰੀ ਨੂੰ। ਉਹਦੇ ਤੇ ਸੁਣਵਾਈ ਹੋਈ ਹੈ। ਦੇਰ ਰਾਤ NGT ਨੇ ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਸਤਲੁਜ ਦਰਿਆ ਦਾ ਜਿਹੜਾ ਪਾਣੀ ਪਲੀਤ ਹੁੰਦਾ ਉਹਦੀ ਰੋਕਥਾਮ ਤੋਂ ਫੇਲ ਕਰਾਰ ਦਿੱਤਾ ਕਿ ਤੁਸੀਂ ਫੇਲ ਹੋ ਇਸ ਮਾਮਲੇ 'ਚ। ਤਾਂ ਜਿਹੜੀ ਇਹਨਾਂ ਨੇ ਰਿਆਇਤ ਮੰਗੀ ਸੀਗੀ ਕਿ ਪਿਛਲੀ ਦਫਾ ਜਿਹੜਾ 50 ਕਰੋੜ ਰੁਪਈਏ ਦਾ ਜੁਰਮਾਨਾ ਲਾਇਆ ਉਹ ਜੁਰਮਾਨਾ ਛੱਡ ਦਿੱਤਾ ਜਾਵੇ, ਤਾਂ ਉਹਨਾਂ ਆਖਿਆ ਕਿ ਨਹੀਂ, ਇਹ ਤੁਸੀਂ ਅਫਸਰਾਂ ਤੋਂ ਵਸੂਲ ਕਰੋ, ਇਹ ਉਦਯੋਗਪਤੀਆਂ ਤੋਂ ਵਸੂਲ ਕਰੋ, ਜ਼ਿੰਮੇਵਾਰ ਕਾਰਪੋਰੇਸ਼ਨਾਂ ਤੋਂ ਵਸੂਲ ਕਰੋ, ਔਰ ਬਾਅਦ ਦੇ ਵਿੱਚ ਇਹਦੇ ਨਾਲ ਤੁਸੀਂ ਇਹਦੀ ਰੋਕਥਾਮ ਕਰੋ। ਸੋ ਕੁੱਲ ਮਿਲਾ ਕੇ ਮੋਹਰ ਲਾ ਦਿੱਤੀ ਗਈ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਜਾਂ ਜਿਹੜੇ ਪੰਜਾਬ ਦੇ ਹਿੱਤ ਆ ਦੋਵਾਂ ਚੀਜ਼ਾਂ ਨੂੰ ਪਾਲਣ ਦੇ ਵਿੱਚ ਅਸਫਲ ਰਹੀ। ਜਨਤਾ ਨੂੰ ਪੁੱਛਣਾ ਚਾਹੀਦਾ, ਪੰਜਾਬ ਦੀ ਜਨਤਾ ਨੂੰ ਪੁੱਛਣਾ ਚਾਹੀਦਾ ਕਿ ਜੇ ਤੁਸੀਂ ਪਾਣੀ ਨਹੀਂ ਸਾਂਭ ਸਕਦੇ ਸਾਡਾ, ਜਵਾਨੀ ਤੇ ਕਿਸਾਨੀ ਕੀ ਸੰਭੋਗੇ। ਜੀ ਜੀ, ਅਗਲੀ ਗੱਲ, ਤਿਹਾੜ ਜੇਲ੍ਹ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਭਾਈ ਲਾਹੌਰੀਆ ਪੁੱਜੇ ਹਾਈ ਕੋਰਟ। ਦੇਖੋ ਤਿਹਾੜ ਜੇਲ੍ਹ ਨੇ ਕੀ ਕੀਤਾ, ਤਿਹਾੜ ਜੇਲ੍ਹ ਦਾ ਜਿਹੜਾ ਪ੍ਰਬੰਧਨ ਆ ਉਹਨਾਂ ਨੇ ਇਹ ਕਿਹਾ ਕਿ ਕੁਝ ਖਾਸ ਮਾਮਲੇ ਜਿਨ੍ਹਾਂ ਦੇ ਵਿੱਚ ਕੋਈ ਵੱਡੇ ਮਾਮਲੇ ਰਸੂਖਾ ਲੱਗੀ ਹੈ ਜਿਨ੍ਹਾਂ ਦੇ ਵਿੱਚ ਉਹ ਜਿਹੜੇ ਕੈਦੀ ਨੇ ਉੱਥੇ ਉਹਨਾਂ ਕੈਦੀਆਂ ਨੂੰ ਸਿਰਫ ਤੇ ਸਿਰਫ ਉਹਨਾਂ ਦੇ ਘਰ ਦੇ ਮਿਲ ਸਕਣਗੇ, ਔਰ ਘਰ ਦੇ ਵੀ ਕਿਹੜੇ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਵਾ। ਸੋ ਇਹ ਚੀਜ਼ ਜਿਹੜੀ ਆ ਉਹ ਫਿਰ ਕੁਛ ਲੋਕਾਂ ਦੇ ਬਰਖਲਾਫ ਜਾਂਦੀ ਆ, ਕਿਉਂਕਿ ਕੁਛ ਸਜ਼ਾ ਯਾਫਤਾ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਪੈਰਵਾਈ ਜਾਂ ਤੇ ਉਹਨਾਂ ਦੇ ਵਕੀਲ ਕਰਦੇ ਆ, ਜਾਂ ਉਹਨਾਂ ਦੇ ਰਿਸ਼ਤੇਦਾਰ ਕਰਦੇ ਆ, ਜਾਂ ਯਾਰ ਮਿੱਤਰ ਕਰਦੇ ਆ, ਜਾਂ ਕੋਈ ਹੋਰ ਜਿੱਦਾਂ ਜਥੇਬੰਦੀਆਂ ਜਾਂ ਸਿੱਖ ਸੰਗਤ ਆ ਇੱਦਾਂ ਕਰਦੇ ਆ। ਇਹ ਦਵਿੰਦਰ ਸਿੰਘ ਲਾਹੌਰੀਆ ਹੋਰਾਂ ਦੇ ਨਾਲ, ਦਇਆ ਸਿੰਘ ਲਾਹੌਰੀਆ ਹੋਰਾਂ ਦੇ ਨਾਲ ਇਰਫਾਨ ਨਾਂ ਦੇ ਵੀ ਇੱਕ ਕੈਦੀ ਨੇ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ 15 ਅਪ੍ਰੈਲ ਵਾਸਤੇ ਮੇਰੇ ਖਿਆਲ ਦੇ ਨਾਲ ਨੋਟਿਸ ਕਰ ਦਿੱਤਾ ਹਾਈ ਕੋਰਟ ਨੇ। ਔਰ ਇਹ ਗਲਤ ਗੱਲ ਆ, ਕਿਉਂਕਿ ਜੇਲ੍ਹ ਦਾ ਜਿਹੜਾ ਪ੍ਰਬੰਧਨ ਆ ਉਹਦਾ ਮੈਨੂਅਲ ਜੇ ਦੇਖੀਏ ਤਾਂ ਉਹਦੇ ਵਿੱਚ ਵਕੀਲਾਂ ਨੂੰ ਜਾਂ ਜਿਹੜੇ ਉਹਨਾਂ ਦੀ ਪੈਰਵਾਈ ਕਰਦੇ ਆ ਉਹ ਇਜਾਜ਼ਤ ਹੁੰਦੀ ਕਿ ਹਫ਼ਤੇ 'ਚ 2 ਵਾਰੀ ਉਹ ਮੁਲਾਕਾਤ ਕਰ ਸਕਦੇ, ਜਿਹੜੇ ਉਹਨਾਂ ਦੇ ਕਾਨੂੰਨੀ ਸਲਾਹਕਾਰ ਹੁੰਦੇ ਜਾਂ ਕਾਨੂੰਨੀ ਇਮਦਾਦੀ ਹੁੰਦੇ ਆ। ਤਾਂ ਉਹਦੇ ਉਲਟ ਜਾ ਕੇ ਫੈਸਲਾ ਕਰ ਦੇਣਾ ਕਿ ਦੂਸਰਾ ਕੋਈ ਮਿਲ ਹੀ ਨਹੀਂ ਸਕਦਾ, ਕਿਉਂਕਿ ਕਈ ਤੇ ਇਹੋ ਜਿਹੇ ਵੀ ਅਭਾਗੇ ਹੋਣਗੇ ਨਾ ਵਿੱਚ ਜਿਨ੍ਹਾਂ ਦੇ ਘਰ ਦੇ ਕੋਈ ਹੁੰਦੇ ਹੀ ਨਹੀਂ ਜਾਂ ਉਹਨਾਂ ਦੇ ਪਿੱਛੇ ਆਉਂਦੇ ਨਹੀਂ। ਤਾਂ ਇਹਦੇ ਵਿੱਚ ਕੈਦੀ ਦਾ ਜਿਹੜਾ ਇੱਕ ਅਧਿਕਾਰ ਖੇਤਰ ਹੁੰਦਾ, ਚਾਹੇ ਉਹ ਛੋਟਾ ਚਾਹੇ ਸੀਮਤ ਆ, ਤਾਂ ਉਸ ਅਧਿਕਾਰ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਇਹ ਦਖਲ ਹੈ ਸਿੱਧਾ। ਤਾਂ ਇੱਕ ਪਾਸੇ ਉਹਨਾਂ ਨੂੰ ਅਧਿਕਾਰ ਦੇਣਾ, ਉਹਨਾਂ ਨੂੰ ਥੋੜੇ ਜਿਹੇ ਅਖਤਿਆਰ ਦੇਣੇ, ਔਰ ਦੂਸਰੇ ਪਾਸੇ ਇਹੋ ਜਿਹੀਆਂ ਪਾਬੰਦੀਆਂ ਆਪਣੇ ਪੱਧਰ ਤੇ ਜੇਲ੍ਹ ਪ੍ਰਬੰਧਨ ਵੱਲੋਂ ਲਾ ਦੇਣੀਆਂ, ਇਹ ਮੇਰੇ ਖਿਆਲ ਦੇ ਨਾਲ ਵਿਰੋਧਾਭਾਸ ਆ। ਜੀ ਜੀ, ਅਤੇ ਮਿੰਟੂ ਜੀ ਵੈਸੇ ਹੁਣ ਇੱਕ ਚੀਜ਼ ਚਲੋ ਜੇ ਪਹਿਲੀ ਗੱਲ ਦੇ ਨਾਲ ਦੁਬਾਰਾ ਜੋੜੀ ਅਭਿਨੰਦਨ ਦੇ ਨਾਲ, ਸਾਰੇ ਜਾਣੇ ਜਨੇਵਾ ਜਿਹੜਾ ਉਹ ਸੀਗਾ ਉਸ ਦਾ ਰੌਲਾ ਪਾ ਰਹੇ ਸੀ, ਕਹਿ ਰਹੇ ਸੀਗੇ ਵੀ ਉਹਦੇ ਆਧਾਰ ਦੇ ਉੱਤੇ ਇਸ ਨੂੰ ਛੱਡਣਾ ਚਾਹੀਦਾ ਹੈ, ਸਾਰਾ ਕੁਝ ਕਰਨਾ ਚਾਹੀਦਾ ਆ। ਅਤੇ ਉਹ ਜਿਹੜੇ ਸਿੱਖ ਰਾਜਸੀ ਕੈਦੀ ਆ ਉਹਨਾਂ ਬਾਰੇ ਕਿਉਂ ਨਹੀਂ ਕੋਈ ਬੋਲਦਾ? ਉਹ ਵੀ ਤਾਂ ਇੰਨੇ ਚਿਰ ਦੇ ਆਪਣੀਆਂ ਸਜ਼ਾਵਾਂ ਪੂਰੇ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਅੰਦਰ ਹੀ ਡੱਕੇ ਰੱਖੀ ਹੈ। ਦੇਖੋ ਇਹਦੇ ਵਿੱਚ ਤੇ ਸਭ ਤੋਂ ਜ਼ਿਆਦਾ ਮੈਂ ਕਹੂੰਗਾ ਕਿ ਨਾ ਅਹਿਲੀਅਤ ਜਿਹੜੀ ਆ ਉਹ ਸਿੱਖ ਲੀਡਰਸ਼ਿਪ ਦੀ ਆ, ਕਿਉਂਕਿ ਇਹਨਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਿਹਦੇ ਨਾਲ ਕੇਂਦਰ ਸਰਕਾਰ ਜਿਹੜੀ ਆ ਉਹ ਥੋੜ੍ਹੀ ਬਹੁਤ ਵਕਤ 'ਚ ਪਵੇ। ਤਾਂ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਬੜੀ ਕਮਜ਼ੋਰ ਲੀਡਰਸ਼ਿਪ ਹੈ ਸਿੱਖਾਂ ਦੀ। ਇਹਨਾਂ ਨੇ ਤੇ ਅੱਜ ਤੱਕ ਮੇਰੇ ਖਿਆਲ ਦੇ ਨਾਲ ਕੌਮਾਂਤਰੀ ਮੰਚ ਤੇ ਵੀ ਚੱਜ ਨਾਲ ਆਵਾਜ਼ ਨਹੀਂ ਪਹੁੰਚਾਈ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਆਵਾਜ਼ ਉੱਠੇ, ਫਿਰ ਉਹ ਮੁੱਦਾ ਬਣੇ। ਪਰ ਮੇਰੇ ਖਿਆਲ ਦੇ ਨਾਲ ਇਹ ਮਸਲਾ ਜਿਹੜਾ ਜਨੇਵਾ ਕਨਵੈਨਸ਼ਨ ਦਾ ਉਹ ਇੱਥੇ ਲਾਗੂ ਨਹੀਂ ਹੋ ਸਕਦਾ। ਇਹ ਇੱਕ ਅੰਦਰੂਨੀ ਦੇਸ਼ ਦੀ ਵਿਵਸਥਾ ਦਾ ਮਸਲਾ, ਉਹ 2 ਦੇਸ਼ਾਂ ਦਾ ਮਸਲਾ, ਉਹਨੂੰ ਆਪਾਂ ਜੋੜ ਨਹੀਂ ਸਕਦੇ। ਪਰ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਆਪਣਾ ਰੋਲ ਅਦਾ ਕਰਨ 'ਚ ਨਾਕਾਮ ਰਹੀ ਆ। ਜਦੋਂ ਤੁਹਾਡੇ ਆਪਣੇ ਲੀਡਰ ਜਿਹੜੇ ਆ ਉਹ ਹੀ ਇਸ ਕਿਸਮ ਦੇ ਨਾਅਹਿਲ, ਜ਼ਾਹਿਲ ਤੇ ਨਲਾਇਕ ਆ ਕਿ ਉਹ ਮੰਚਾਂ ਤੇ ਵੀ ਜਾ ਕੇ ਬੋਲਣ ਤੋਂ ਗੁਰੇਜ਼ ਕਰਦੇ ਆ ਜਾਂ ਡਰਦੇ ਆ,
ਤਾਂ ਫਿਰ ਤੁਸੀਂ ਦੂਜੇ ਨੂੰ ਲਾਂਭਾ ਜਿਹੜਾ ਬਾਅਦ ਚ ਦਿਓਗੇ, ਪਹਿਲਾਂ ਲਾਂਭਾ ਤੁਹਾਨੂੰ ਆਪਣੀ ਲੀਡਰਸ਼ਿਪ ਨੂੰ ਦੇਣਾ ਪਊਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਖਿਰਕਾਰ ਪੰਜਾਬ ਪੁਲਿਸ ਦੇ ਬਦਨਾਮ ਅਫਸਰ ਉਮਰਾ ਨੰਗਲ ਨੂੰ ਸਸਪੈਂਡ ਕੀਤਾ ਗਿਆ। ਬਿਲਕੁਲ, ਉਮਰਾ ਨੰਗਲ ਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਮੈਂ ਬੜੇ ਦਿਨਾਂ ਤੋਂ ਸਵਾਲ ਇਹ ਚੁੱਕਦਾ ਪਿਆ ਸੀਗਾ ਕਿ ਦੇਖੋ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਇਸ ਤਰੀਕੇ ਦਾ ਕੋਈ ਅਫਸਰ ਹੈ ਜਿਹੜਾ 48 ਘੰਟੇ ਕਸਟਡੀ 'ਚ ਬਿਤਾ ਲੈਂਦਾ ਤਾਂ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ, ਯਾਨੀ 48 ਘੰਟੇ ਹਵਾਲਾ 'ਚ ਬਿਤਾਉਣ ਦਾ ਮਤਲਬ ਇਹ ਆ ਕਿ ਉਹ FIR ਦੇ ਵਿੱਚ ਨਾਮਜ਼ਦ ਹੈ। ਤਾਂ ਹੁਣ ਇਹਨਾਂ ਨੇ ਜਾ ਕੇ ਸਸਪੈਂਡ ਕੀਤਾ। ਮੇਰੇ ਖਿਆਲ ਦੇ ਨਾਲ ਕਈ ਹਫ਼ਤੇ ਹੀ ਲੱਗ ਗਏ, 2-3 ਹਫ਼ਤੇ ਹੀ ਲੱਗ ਗਏ ਇਸ ਸਮੁੱਚੀ ਪ੍ਰਕਿਰਿਆ ਨੂੰ ਨੇਪਰੇ ਚਾੜਨ ਦੇ ਵਿੱਚ। ਤਾਂ ਉਮਰਾ ਨੰਗਲ ਦੀ ਇੱਕ ਬੁਰੀ ਖਬਰ ਆ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਪਰ ਸੁਪਰ ਬੁਰੀ ਖਬਰ ਇਹ ਆ ਕਿ ਉਮਰਾ ਨੰਗਲ ਨੂੰ ਬਾਈਬਲ ਕਲਾਂ ਦੇ ਵਿੱਚ ਵੀ ਨਾਮਜ਼ਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ। ਜੀ ਜੀ। ਸੋ ਦੇਖਦੇ ਹਾਂ ਉਸ ਮਾਮਲੇ ਦੇ ਵਿੱਚ ਅੱਗੇ ਕੀ ਤੁਰਦਾ ਆ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ, ਵਿਚਾਰ ਸਾਂਝੇ ਕੀਤੇ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।